ਅਸੀਂ ਹਲਕੀ ਬੂੰਦਾਬਾਂਦੀ ਵਾਲੀ ਸਵੇਰ 'ਚ ਬੈਠੇ ਹਾਂ। ਮੌਸਮ ਥੋੜਾ ਖੁਸ਼ਗਵਾਰ ਹੈ, ਪਰ ਸੀਨਿਆਂ 'ਚ ਤਪਸ਼ ਬਰਕਰਾਰ ਹੈ। ਸ਼੍ਰੋਮਣੀ ਕਮੇਟੀ ਥੋੜੀ ਦੇਰ ਬਾਅਦ ਜਨਰਲ ਇਜਲਾਸ ਦੇ ਵਿੱਚ ਮਿਲਣ ਵਾਲੀ ਹੈ। ਉਹਦੇ ਮੈਂਬਰ ਇਕੱਠੇ ਹੋਣਗੇ। ਕੀ ਇੱਕ ਹੋਰ ਮੋਰਚਾ ਪੰਜਾਬ ਦੀ ਪੋਲਿਟਿਕਸ ਵਿੱਚ ਇੱਕ ਹੋਰ ਮੋਰਚਾ ਸ਼ੁਰੂ ਹੋਵੇਗਾ? ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਦੀ ਹਾਜ਼ਰੀ ਵਿੱਚ ਜਨਰਲ ਇਜਲਾਸ ਦੌਰਾਨ ਸਖਤ ਫੈਸਲਾ ਲਿਆ ਜਾਵੇਗਾ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਕੋਈ ਮੋਰਚਾ ਸ਼ੁਰੂ ਕਰਤਾ ਜਾਵੇਗਾ ਸਰਕਾਰ ਖਿਲਾਫ, ਸਰਕਾਰ ਦੇ ਸਿੱਖ ਮਾਮਲਿਆਂ 'ਚ ਦਖਲ ਖਿਲਾਫ, ਸਰਕਾਰ ਦੀ ਬੇਲੋੜੀ ਦਖਲਅੰਦਾਜ਼ੀ ਸ਼੍ਰੋਮਣੀ ਕਮੇਟੀ ਦੇ ਵਿੱਚ, ਇਹਨੂੰ ਲੈ ਕੇ ਇਹ ਲੱਖ ਟਕੇ ਦਾ ਸਵਾਲ ਹੈ ਕਿ ਜਦੋਂ ਅਕਾਲੀ ਪੋਲਿਟਿਕਸ ਸਾਰੇ ਯਤਨ ਦੇ ਬਾਵਜੂਦ ਲੀਓਂ ਲੱਥੀ ਹੋਈ ਸੀ, ਲੀ ਤੇ ਨਹੀਂ ਸੀ ਆ ਰਹੀ। ਇਹ ਆਮ ਮੰਨਿਆ ਜਾ ਰਿਹਾ ਕਿ ਭਗਵੰਤ ਮਾਨ ਦੀ ਨੌ ਸਿੱਖਿਆ ਰਾਜਨੀਤੀ ਨੇ ਇਹਨੂੰ ਸੈਂਟਰ 'ਚ ਲਿਆ ਕੇ ਖੜਾ ਕਰਤਾ। ਅਕਾਲੀ ਦਲ ਦੇ ਦੁਬਾਰਾ ਰਿਵਾਈਵ ਹੋਣ ਦੇ ਚਾਂਸਸ ਇਸ ਮੁੱਦੇ ਤੇ ਇੰਨੇ ਬ੍ਰਾਈਟ ਆ ਕਿ ਇਹ ਮੰਨਿਆ ਜਾ ਰਿਹਾ ਕਿ ਭਗਵੰਤ ਮਾਨ ਦੇ ਕੱਲ ਦੇ 2 ਟਵੀਟ ਬਤੌਰ ਮੁੱਖ ਮੰਤਰੀ ਔਰ ਸ਼੍ਰੋਮਣੀ ਕਮੇਟੀ ਨੂੰ ਨਿਸ਼ਾਨੇ ਤੇ ਲੈਣਾ ਇਹ ਸੰਕੇਤ ਕਰ ਰਿਹਾ ਕਿ ਭਗਵੰਤ ਮਾਨ ਜਿਸ ਰਾਹ ਤੇ ਚੱਲੇ ਆ, ਹੁਣ ਉਹਨਾਂ ਨੂੰ ਵੀ ਫਿਕਰ ਲੱਗਣ ਲੱਗ ਗਿਆ ਕਿ ਹੋ ਕੀ ਰਿਹਾ। ਇਹ ਬਹੁਤ ਅਹਿਮ ਆ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਜਿਹੜੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਹਾਜ਼ਰੀ ਨੂੰ ਲੈ ਕੇ ਜਿਹੜਾ ਪਹਿਲਾ ਟਵੀਟ ਮੁੱਖ ਮੰਤਰੀ ਕਰਦੇ ਆ ਤੇ ਉਸ ਤੋਂ ਬਾਅਦ ਉਹ ਦੂਜਾ ਟਵੀਟ ਕਰਦੇ ਆ ਕਿ ਇਹ ਦੇਖੋ ਮੈਂ ਸੰਗਤ ਤੇ ਛੱਡਦਾ, ਹੋ ਕੀ ਰਿਹਾ, ਫੈਸਲੇ ਤੁਸੀਂ ਲਓ ਪਰ ਹੁਣ ਤੁਸੀਂ ਸੰਗਤ ਤੇ ਛੱਡੋ, ਇਹ ਕਿਵੇਂ ਸੰਭਵ ਹੈ। ਇਹ ਰਾਜਨੀਤੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰੀ ਬਤੌਰ ਸਿੱਖ ਕਾਂਗਰਸ ਵੱਲੋਂ ਪੇਸ਼ ਹੋ ਕੇ ਸਿੱਖ ਮੁੱਦਿਆਂ ਨੂੰ ਹਾਈਜੈਕ ਕਰ ਲੈਂਦੇ। ਉਦੋਂ ਪਹਿਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਲੱਗਦਾ ਜਦੋਂ ਉਹਦੇ ਲੀਡਰਾਂ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿਆਦਾ ਬਿਹਤਰ ਸਿੱਖ ਮੰਨਿਆ ਜਾਣ ਲੱਗਿਆ। ਉਹ 2 ਵਾਰੀ ਸਰਕਾਰ ਸਿੱਖ ਇਸ਼ੂਜ਼ ਤੇ ਬਣਾਉਂਦੇ ਆ ਕਿਉਂਕਿ ਇਹ ਸਿੱਖ ਬਹੁਲਤਾ ਵਾਲੀ ਸਟੇਟ ਹੈ ਤੇ ਇਹਦੇ ਵਿੱਚ ਇਹਨਾਂ ਮੁੱਦਿਆਂ ਨੂੰ ਦਰਕਨਾਰ ਨਹੀਂ ਕੀਤਾ ਜਾ ਸਕਦਾ। ਸ਼ਾਇਦ ਭਗਵੰਤ ਮਾਨ ਨੇ ਸੰਗਰੂਰ ਹਰਨ ਤੋਂ ਬਾਅਦ ਇਹ ਫੀਲ ਕੀਤਾ ਹੋਊਗਾ ਕਿ ਇਸ ਮਾਨਸਿਕਤਾ ਨੂੰ ਨਾਲ ਲੈਣਾ ਬੜਾ ਜ਼ਰੂਰੀ ਹੈ ਔਰ ਉਹਨਾਂ ਦੇ ਕਿਸੇ ਸਲਾਹਕਾਰ ਨੇ ਗੁਰਬਾਣੀ ਪ੍ਰਸਾਰਨ ਦੇ ਮੁੱਦੇ ਤੇ, ਬਾਦਲਕਿਆਂ ਦੀ ਦਖਲਅੰਦਾਜ਼ੀ ਦੇ ਮੁੱਦੇ ਤੇ ਉਹਨਾਂ ਨੂੰ ਹਮਲਾਵਰ ਹੋਣ ਲਈ ਤਿਆਰ ਕਰ ਲਿਆ ਔਰ ਉਹਨਾਂ ਨੇ ਇਸ ਰਾਜਨੀਤੀ ਨੂੰ ਇੰਨਾ ਮਘਾਤਾ ਜਿਹੜੀ ਠੰਡੀ ਪਈ ਸੀ, ਜਿਹੜੀ ਵੰਡ ਗਈ ਸੀ, ਜਿਹੜੀ ਆਮ ਆਦਮੀ ਪਾਰਟੀ ਨੂੰ ਵੀ ਵੋਟ ਕਰਦੀ ਹੈ, ਜਿਹੜੀ ਕਾਂਗਰਸ ਨੂੰ ਵੀ ਵੋਟ ਕਰ ਰਹੀ ਸੀ, ਜਿਹੜੀ ਬਾਕੀਆਂ ਨੂੰ ਵੋਟ ਕਰ ਰਹੀ ਸੀ, ਅਕਾਲੀ ਦਲ ਦਾ ਵੋਟ ਬੈਂਕ ਬਾਕੀਆਂ 'ਚ ਵੰਡਿਆ ਜਾ ਰਿਹਾ ਸੀ, ਉਹਨੂੰ ਇਹਨੇ ਇਸ ਰਾਜਨੀਤੀ ਨੇ ਇੱਕ ਵਾਰੀ ਫਿਰ ਸੈਂਟਰ ਪੁਆਇੰਟ ਲਿਆ ਕੇ ਖੜਾ ਕਰਤਾ। ਇਹ ਅਹਿਮ ਸਵਾਲ ਆ, ਥੋੜੀ ਦੇਰ ਬਾਅਦ ਇਹ ਰਾਜਨੀਤੀ ਅੱਗੇ ਵਧਣ ਵਾਲੀ ਆ। ਅਹਿਮ ਸਵਾਲ ਹੁਣ ਗੁਰਬਾਣੀ ਪ੍ਰਸਾਰ ਨਹੀਂ ਰਿਹਾ, ਹੁਣ ਅਹਿਮ ਸਵਾਲ ਇਹ ਆ ਕਿ ਸਰਕਾਰਾਂ ਦਾ ਦਖਲ ਧਰਮਾਂ 'ਚ ਕਿੰਨਾ ਜਾਇਜ਼ ਆ ਔਰ ਜਿਸ ਤਰੀਕੇ ਨਾਲ ਇਹ ਦਖਲਅੰਦਾਜ਼ੀ ਹੋਈ ਆ ਉਹਨੂੰ ਬਹੁ ਗਿਣਤੀ ਨੇ ਉਹਨੂੰ ਕ੍ਰਿਟਿਸਾਈਜ਼ ਕੀਤਾ, ਭਾਵੇਂ ਕਿ ਪ੍ਰਸਾਰਨ ਦੇ ਮਾਮਲੇ 'ਚ ਬਹੁਤੇ ਲੋਕ ਭਗਵੰਤ ਮਾਨ ਨਾਲ ਖੜੇ ਨਜ਼ਰ ਆਏ ਆ ਪਰ ਤਰੀਕਾਕਾਰ ਨੂੰ ਗਲਤ ਮੰਨਿਆ ਗਿਆ। ਦੂਜਾ ਸਵਾਲ ਦਿੱਲੀ ਦੇ ਵਿੱਚ ਜਿਹੜੀ ਰਾਜਨੀਤੀ ਵਿਰੋਧੀ ਦਲਾਂ ਦੀ ਆ, ਜਿਹੜੀ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਆ, ਉਹ ਵੀ ਮਗੀ ਹੋਈ ਆ। ਉਹਦੇ ਕਈ ਨੁਕਤੇ ਐਸੇ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ। ਸਿੰਘ ਪੂਰੇ ਫਸੇ ਹੋਇਆ। ਇੱਕ ਹੋਰ ਮਾਮਲਾ ਜਿਹਦੇ ਵਿੱਚ ਨਿਰਮਲ ਸਿੰਘ ਭੰਗੂ ਜਿਹੜੇ ਪਰਲ ਗਰੁੱਪ ਦੇ ਨੇ, ਉਹਨਾਂ ਦੀਆਂ ਪ੍ਰਾਪਰਟੀਆਂ ਤੇ ਉਹਨਾਂ ਦੀ ਨਿਸ਼ਾਨਦੇਹੀ ਕਰਨ ਲਈ ਇੱਕ ਪੱਤਰ FCR ਨੇ ਵਿਜੀਲੈਂਸ ਦੇ ਕਹਿਣ ਤੇ DC ਨੂੰ ਲਿਖਿਆ ਕਿ ਹਫ਼ਤੇ 'ਚ ਰਿਪੋਰਟ ਕਰੋ। ਲੇਕਿਨ ਅੱਜ ਜਿੱਥੇ ਅਸੀਂ ਬੈਠੇ ਹਾਂ, ਹਫ਼ਤਾ ਲੰਘੇ ਨੂੰ ਵੀ ਮੇਰੇ ਖਿਆਲ ਕੁਝ ਦਿਨ ਹੋ ਚੁੱਕੇ ਆ, ਅਸੀਂ ਮੂੰਗੀ ਤੇ ਵੀ ਜਾਵਾਂਗੇ ਔਰ ਅਸੀਂ ਸਰਕਾਰ ਦੇ ਕੁਝ ਹੋਰ ਮਾਮਲਿਆਂ ਨੂੰ ਜ਼ਰੂਰ ਟੱਚ ਕਰਾਂਗੇ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਸਿੱਖ ਪੋਲਿਟਿਕਸ ਦੇ ਵਿੱਚ ਇਸ ਵੇਲੇ ਸਭ ਤੋਂ ਵੱਧ ਹਲਚਲ ਹੈ। ਥੋੜੀ ਦੇਰ ਬਾਅਦ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਜੁੜਨ ਵਾਲਾ ਹੈ, ਵੱਡੇ ਫੈਸਲੇ ਹੋਣ ਦੀ ਉਮੀਦ ਹੈ। ਸੁਖਬੀਰ ਬਾਦਲ ਦੀ ਗੈਰ ਹਾਜ਼ਰੀ ਹੈ। ਕੱਲ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਵੱਡੇ ਅਕਾਲੀ ਆਗੂ ਸਿਰ ਜੋੜ ਕੇ ਬੈਠੇ ਔਰ ਇਹ ਦਿਲਚਸਪ ਹੈ ਕਿ ਬਿਕਰਮ ਮਜੀਠੀਆ ਇੱਥੇ ਹੋਣ ਦੇ ਬਾਵਜੂਦ ਉੱਥੇ ਹਾਜ਼ਰ ਨਹੀਂ ਹੋਏ। ਕੀ ਇਹ ਸੁਨੇਹਾ ਦਿੱਤਾ ਜਾ ਰਿਹਾ ਕਿ ਇਸ ਵਾਰੀ ਦੇ ਫੈਸਲਿਆਂ 'ਚ ਬਾਦਲ ਪਰਿਵਾਰ ਪਾਸੇ ਔਰ ਅਕਾਲੀ ਦਲ ਦੀ ਲੀਡਰਸ਼ਿਪ ਸਮੂਹਿਕ ਫੈਸਲੇ ਲੈ ਰਹੀ ਹੈ, ਇੱਕ ਪਰਿਵਾਰ ਫੈਸਲੇ ਨਹੀਂ ਲੈ ਰਿਹਾ। ਭਗਵੰਤ ਮਾਨ ਫਸੇ ਨਜ਼ਰ ਆ ਰਹੇ ਆ, ਉਹਨਾਂ ਕੋਲ ਬਹੁਤੇ ਬਦਲ ਬਚੇ ਨਹੀਂ, ਉਹ ਟ੍ਰਿਗਰ ਕਰ ਚੁੱਕੇ ਆ ਚੀਜ਼ਾਂ ਨੂੰ, ਹੁਣ ਉਹਨਾਂ ਦੇ ਹੱਥ 'ਚ ਬਹੁਤੀਆਂ ਚੀਜ਼ਾਂ ਨਹੀਂ। ਦੇਖਣ ਵਾਲੀ ਗੱਲ ਆ ਕਿ ਸ਼੍ਰੋਮਣੀ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਅੱਗੇ ਵਧਾਉਣ ਵਾਲੀ ਮੂਵ ਨੂੰ ਲੋਕ ਕਿੰਨਾ ਸਮਰਥਨ ਦਿੰਦੇ ਆ। ਕਿ ਇੱਕ ਵਾਰੀ ਫਿਰ 82 ਦੀ ਤਰਜ਼ ਦੇ ਉੱਤੇ ਕੋਈ ਮੋਰਚਾ ਲੱਗੂਗਾ, ਇਹ ਮੋਰਚੇ ਨੂੰ ਸਮਰਥਨ ਕਿੰਨਾ ਮਿਲਦਾ, ਇਹ ਸਭ ਤੋਂ ਅਹਿਮ ਗੱਲ ਹੋਊਗੀ। ਲੇਕਿਨ ਅੱਜ ਇੱਕ ਵੱਡਾ ਪ੍ਰੋਗਰਾਮ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ, ਕਿਵੇਂ ਦੇਖ ਰਹੇ ਹੋ? ਰੰਧਾਵਾ ਸਾਹਿਬ, ਦੇਖੋ ਪਹਿਲਾਂ ਤਾਂ ਮੈਂ ਇਹ ਸਮਝਣ ਦਾ ਯਤਨ ਕਰ ਰਿਹਾ ਕਿ ਇਹ ਮੁੱਦਾ ਜਿਹੜਾ ਹੈਗਾ ਉਹ ਭਾਵਨਾਤਮਕ ਹੈ ਜਾਂ ਇਹ ਜਿਹਨੂੰ ਆਪਾਂ ਕਹਿੰਦੇ ਆ ਕਿ ਵੀ ਇਹ ਤਾਂ ਪ੍ਰਸ਼ਾਸਨਿਕ ਹੈ, ਕਿਉਂਕਿ ਸਰਕਾਰ ਇਸ ਗੱਲ ਦੇ ਉੱਤੇ ਪੂਰੀ ਤਰ੍ਹਾਂ ਫੋਕਸ ਕਰ ਰਹੀ ਹੈ ਕਿ ਇਹ ਤਾਂ ਮੁੱਦਾ ਪ੍ਰਸ਼ਾਸਨਿਕ ਹੈ। ਇੱਕ ਜਿਹੜੀ ਕਮੇਟੀ ਹੈ ਉਹ ਇੱਕ ਐਕਟ ਦੇ ਅਧੀਨ ਬਣੀ ਹੋਈ ਹੈ
ਅਸੀਂ ਉਹ ਐਕਟ ਦੇ ਵਿੱਚ ਇੱਕ ਤਰਮੀਮ ਕੀਤੀ ਹੈ, ਐਡ ਕੀਤਾ, ਤਰਮੀਮ ਵੀ ਨਹੀਂ ਕੀਤੀ, ਇੱਕ ਚੀਜ਼ ਐਡ ਕੀਤੀ ਹੈ, ਕਿਉਂਕਿ ਪਹਿਲਾਂ ਇਹ ਚੀਜ਼ ਹੈ ਨਹੀਂ ਸੀ ਵੀ ਉਹਦਾ ਪ੍ਰਸਾਰਣ ਕਿਵੇਂ ਹੋਊਗਾ। ਅਸੀਂ ਇੱਕੋ ਚੀਜ਼ ਪਾਤੀ, ਅਸੀਂ ਕੋਈ ਐਕਟ ਦੇ ਵਿੱਚ ਚੇਂਜ ਨਹੀਂ ਕੀਤਾ। ਜਦਕਿ ਦੂਜੇ ਪਾਸੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਇਸ ਗੱਲ ਦੇ ਉੱਤੇ ਹੈ ਕਿ ਇਹ ਫੈਸਲਾ ਐਸਜੀਪੀਸੀ ਨੇ ਕਰਨਾ ਹੈ, ਇਹ ਫੈਸਲਾ ਸਰਕਾਰ ਨੇ ਨਹੀਂ ਕਰਨਾ। ਇਹ ਫੈਸਲਾ ਐਸਜੀਪੀਸੀ ਦਾ ਜਿਹੜਾ 2/3 ਬਹੁਮਤ ਹੈ ਉਹ ਪਾਰਲੀਮੈਂਟ ਨੂੰ ਭੇਜੇਗਾ। ਤੁਹਾਡੇ ਕੋਲ ਤਾਂ, ਸਟੇਟ ਕੋਲ ਤਾਂ ਇਹ ਅਖਤਿਆਰ ਹੀ ਹੈ ਨਹੀਂਗਾ। ਤੇ ਇਹ ਅਸਲ ਦੇ ਵਿੱਚ ਹੁਣ ਇਸ ਤਰ੍ਹਾਂ ਇੱਕ ਤਾਂ ਫਸਿਆ ਹੋਇਆ ਮਾਮਲਾ ਹੈ। ਹੁਣ ਇਹਦੇ ਵਿੱਚ ਜਿਹੜਾ ਅੱਜ ਜਿਹੜਾ ਇੱਕ ਜਨਰਲ ਇਜਲਾਸ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਸਾਫ਼ ਤੌਰ ਤੇ ਲੱਗ ਰਿਹਾ ਵੀ ਉਹ ਜਨਰਲ ਇਜਲਾਸ ਜਿਹੜਾ ਹੈਗਾ ਉਹ ਇਸ ਜਿਹੜਾ ਬਿੱਲ ਨੂੰ ਰੱਦ ਕਰੇਗਾ ਹੀ ਕਰੇਗਾ। ਪਰ ਨਾਲ ਦੀ ਨਾਲ ਉਹਦੇ ਉੱਤੇ ਕੀ ਅੱਗੇ ਦੀ ਰਣਨੀਤੀ ਕੀ ਹੋਵੇ, ਇਸ ਦੇ ਸਰਕਾਰ ਉੱਤੇ ਦਬਾਅ ਕਿਸ ਤਰ੍ਹਾਂ ਬਣਾਇਆ ਜਾ ਸਕੇ, ਇਹਦੇ ਉੱਤੇ ਵੀ ਗੱਲ ਕਰੇਗਾ। ਉਹ ਜਿਵੇਂ ਤੁਸੀਂ ਮੋਰਚੇ ਦੀ ਗੱਲ ਕੀਤੀ ਹੈ, ਦੇਖੋ ਅਕਾਲੀ ਦਲ ਕੋਲੇ ਇਹ ਇੱਕ ਸਭ ਤੋਂ ਵੱਡਾ ਹਥਿਆਰ ਹੈ ਔਰ ਉਹ ਬਹੁਤ ਲੰਬੇ ਟਾਈਮ ਤੋਂ ਉਹਨੂੰ ਵਰਤਦੇ ਵੀ ਆ ਰਹੇ ਨੇ ਔਰ ਹਰ ਵਾਰੀ ਉਹ ਸਫਲ ਵੀ ਰਹਿੰਦਾ ਹਥਿਆਰ ਉਹ। ਪਰ ਹੁਣ ਇਹ ਹਥਿਆਰ ਕੰਮ ਕਰੇਗਾ ਕਿ ਨਹੀਂ ਕਰੇਗਾ, ਇੱਕ ਸਵਾਲ ਤਾਂ ਇਹ ਰਹੇਗਾ ਹੀ। ਪਹਿਲੀ ਗੱਲ ਤਾਂ ਇਹ ਕਿ ਇਹ ਹਥਿਆਰ ਵਰਤਣਾ ਹੈ ਕਿ ਨਹੀਂ ਵਰਤਣਾ, ਫਿਰ ਜੇ ਵਰਤਣਾ ਹੈ ਤਾਂ ਇਹ ਹਥਿਆਰ ਕਾਰਗਰ ਸਾਬਿਤ ਹੋਏਗਾ ਕਿ ਨਹੀਂ ਹੋਏਗਾ। ਇੱਕ ਇਹ ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਭਗਵੰਤ ਮਾਨ ਹੋਣਾ ਦੀ, ਬਿਲਕੁਲ ਠੀਕ ਹੈ। ਇੱਕ ਚੀਜ਼ ਐਡ ਕਰ ਲਈਏ ਇੰਦਰਪ੍ਰੀਤ ਜੀ, ਇਹਦੇ ਚ ਇੱਕ ਚੀਜ਼ ਐਡ ਕਰ ਲਈਏ, ਜਿੱਥੇ ਤੁਸੀਂ ਗੱਲ ਖੜੀ ਕੀਤੀ ਹੈ, ਤੁਸੀਂ ਯਾਦ ਰੱਖਿਓ, ਤੁਸੀਂ ਭਗਵੰਤ ਮਾਨ ਸਾਹਿਬ ਦੀ ਗੱਲ ਸ਼ੁਰੂ ਕਰਨੀ ਹੈ। ਮੈਂ ਇਹਦੇ ਚ ਗੱਲ ਕਹਿਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਸੀ, ਉਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਕੋਲੋਂ ਕੁਝ ਉਮੀਦ ਕਰਦਾ ਹੈ ਅਕਾਲੀ ਦਲ ਕਿ ਉਹ ਇਸ ਤਰੀਕੇ ਨਾਲ ਅਕਾਲੀ ਦਲ ਦੀ ਰਿਵਾਈਵਲ ਚ ਮਦਦ ਕਰਨ, ਜਿਹੜੀ ਉਹ ਨਹੀਂ ਸੀ ਕਰ ਰਹੇ। ਇਹ ਮੰਨਿਆ ਜਾਂਦਾ, ਇਹਦੇ ਬਾਰੇ ਇਹਦੇ ਕੋਈ ਪੁਖਤਾ ਸਬੂਤ ਨਹੀਂ ਹੁੰਦੇ। ਮੈਂ ਇਹਨੂੰ ਅੱਗੇ ਇਸ ਕਰਕੇ ਬਤਾਉਣਾ ਚਾਹੁੰਦਾ ਕਿ ਹੁਣ ਜਦੋਂ ਜਥੇਦਾਰ ਸਾਹਿਬ ਬਦਲੇ ਜਾ ਚੁੱਕੇ ਆ ਤੇ ਜਨਰਲ ਇਜਲਾਸ ਦੇ ਵਿੱਚ ਕੋਈ ਫੈਸਲਾ ਹੋ ਜਾਂਦਾ ਵੀ ਸਰਕਾਰ ਦੇ ਖਿਲਾਫ ਮੁਹਿੰਮ ਵੱਢੀ ਜਾਵੇ, ਤੇ ਪਿਛਲਾ ਨਾਂ ਤਾਂ ਮੋਰਚੇ ਦਾ ਹੁੰਦਾ ਕਿ ਅਕਾਲ ਤਖਤ ਦੇ ਜਥੇਦਾਰ ਇਸ ਮੋਰਚੇ ਲਈ, ਕਿਉਂਕਿ ਪਹਿਲੇ ਜਥੇਦਾਰ ਸ਼ਾਇਦ ਸਹਿਮਤ ਨਹੀਂ ਸੀ ਇਹਨਾਂ ਗੱਲਾਂ ਤੇ, ਕਿ ਨਵੇਂ ਜਥੇਦਾਰ ਇਸ ਮੋਰਚੇ ਦੀ ਸਫਲਤਾ ਲਈ ਅਰਦਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮੋਰਚੇ ਦੀ ਅਗਵਾਈ ਕਰਨ ਲਈ ਅੱਗੇ ਤੋਰ ਦੇਣਗੇ, ਤਾਂ ਫਿਰ ਪੰਥਕ ਰਾਜਨੀਤੀ ਦੇ ਵਿੱਚ ਇੱਕ ਵਾਰੀ ਫਿਰ ਇੱਕ ਨਵੀਂ ਤੋਰ, ਕਿਉਂਕਿ ਅਜੇ ਵੀ ਅਕਾਲੀ ਦਲ ਕੋਲ ਵਰਕਰ ਬੇਸ ਆ, ਉਹਨਾਂ ਕੋਲ ਹਜ਼ਾਰਾਂ ਲੋਕਾਂ ਦੇ ਇਕੱਠ ਕਰਨ ਦੀ ਕੁਵਤ ਹੈ, ਸਮਰੱਥਾ ਹੈ, ਕਿ ਪੰਜਾਬ ਦੀ ਰਾਜਨੀਤੀ ਇੱਕ ਵਾਰੀ ਫਿਰ ਗਰਮਾਏਗੀ, ਟਕਰਾਅ ਵਾਲੀ ਹੋਏਗੀ ਔਰ ਇਹ ਟਕਰਾਅ ਕਿਤੇ ਜਾ ਕੇ ਕਿਸੇ ਨਵੀਂ ਦਿਸ਼ਾ 'ਚ ਵੀ ਵੱਧ ਸਕਦਾ। ਕਈ ਟਕਰਾਵਾਂ ਦੇ ਵਿੱਚੋਂ ਫਿਰ ਗਰਮ ਰਾਜਨੀਤੀ ਵੀ ਨਿਕਲਦੀ ਰਹੀ ਆ। ਜਦੋਂ ਪਹਿਲੀ ਵਾਰੀ ਧਰਮਯੁੱਧ ਮੋਰਚਾ ਸ਼ੁਰੂ ਹੋਇਆ, ਕਪੂਰੀ ਦਾ ਮੋਰਚਾ ਸ਼ੁਰੂ ਹੋਇਆ, ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਦੋਂ ਉਹਦੀ ਕਮਾਂਡ ਲੈ ਲੈਂਦੇ ਆ, ਫਿਰ ਕਦੋਂ 84 ਵਾਪਰ ਜਾਂਦਾ, ਇਹ ਅਜੇ ਤੱਕ ਇਤਿਹਾਸ ਦੇ ਵਿੱਚ ਵੱਖ-ਵੱਖ ਤਰੀਕੇ ਨਾਲ ਚਿਤਰਿਆ ਜਾ ਰਿਹਾ ਕਿ ਮੁੱਖ ਮੰਤਰੀ ਨੇ ਉਹ ਰਾਜਨੀਤੀ ਜਿਹਦੇ ਉਹ ਮਾਹਿਰ ਨਹੀਂ ਸੀ, ਉਹਦੇ ਵਿੱਚ ਹੱਥ ਫਸਾ ਕੇ ਪੈਰ ਦੇ ਕੇ ਇੱਕ ਵਾਰੀ ਪੰਜਾਬ ਨੂੰ ਬਲਦੀ ਦੇ ਬੂਥੇ ਦੇਣ ਦਾ ਪ੍ਰੋਗਰਾਮ ਤਾਂ ਨਹੀਂ ਤਿਆਰ ਕਰ ਲਿਆ। ਔਰ ਇਹ ਜਿਹੜੀ ਚਿਣਗ, ਇਹ ਜਿਹੜੀ ਪਲੀਤਾ ਲਾਤਾ, ਇਹਨੂੰ ਮੁੜ ਕੇ ਬੰਦ ਕਰਨਾ, ਇਹ ਜਿਹੜਾ ਜਿੰਨ ਕੱਢ ਲਿਆ ਬੋਤਲ ਚੋਂ, ਇਹਨੂੰ ਬੰਦ ਕਰਨਾ ਔਖਾ ਹੋ ਜਾਊਗਾ। ਤੁਸੀਂ ਗੱਲ ਕਰ ਰਹੇ ਸੀ ਭਗਵੰਤ ਮਾਨ ਦੀ। ਜੀ ਮੈਂ ਭਗਵੰਤ ਮਾਨ ਦੀ ਇਹੀ ਗੱਲ ਕਰ ਰਿਹਾ ਸੀ ਕਿ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਸਰਕਾਰ ਕਹਿ ਰਹੀ ਹੈ ਵੀ ਇਹ ਕਾਨੂੰਨੀ ਪਹਿਲੂ ਹੈ, ਕਾਨੂੰਨੀ ਨੁਕਤਾ ਹੈ, ਇਹਦੇ ਵਿੱਚ ਅਸੀਂ ਤਾਂ ਕੁਝ ਐਡ ਕੀਤਾ ਨਹੀਂ, ਨਾ ਹੀ ਅਸੀਂ ਕੋਈ ਦਖਲਅੰਦਾਜ਼ੀ ਕਰ ਰਹੇ ਹਾਂ। ਅਸੀਂ ਸਿਰਫ ਇੱਕ ਚੀਜ਼, ਜਿਹੜਾ ਐਕਟ ਸਟੇਟ ਦਾ ਹੀ ਹੈਗਾ, ਅਸੀਂ ਉਹ ਸਟੇਟ ਦੇ ਇੱਕ ਐਕਟ ਦੇ ਵਿੱਚ ਇੱਕ ਨੁਕਤਾ ਹੋਰ ਪਾਤਾ, ਬਸ। ਸਾਡਾ ਇਸ ਤੋਂ ਇਲਾਵਾ ਕੋਈ ਨਹੀਂ, ਕਿਉਂਕਿ ਗੁਰਬਾਣੀ ਅਸੀਂ ਸਭ ਲਈ ਫ੍ਰੀ ਕਰ ਰਹੇ ਹਾਂ। ਤੇ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਹੈਗਾ ਉਹ ਗਵਰਨਰ ਸਾਹਿਬ ਕੋਲੇ ਗਈ ਹੈ, ਉਹਨਾਂ ਨੇ ਇਹਨੂੰ ਕਿਹਾ ਵੀ ਜੀ ਇਸ ਨੂੰ ਰੱਦ ਕਰੋ। ਅਸੀਂ ਉਸ ਦਿਨ ਇਹ ਸਵਾਲ ਉਹਨਾਂ ਤੋਂ ਪੁੱਛਿਆ ਸੀਗਾ ਵੀ ਜੇ ਠੀਕ ਹੈ ਉਹ ਰੱਦ ਨਹੀਂ ਕਰਦੇ ਫਿਰ, ਤਾਂ ਉਹਨਾਂ ਨੇ ਕਿਹਾ ਵੀ ਅਸੀਂ ਫਿਰ ਦੇਖਦੇ ਹਾਂ ਵੀ ਉਹਦੇ ਸੁਪਰੀਮ ਕੋਰਟ ਤੱਕ ਅਸੀਂ ਵੀ ਜਾਵਾਂਗੇ, ਸਾਡੇ ਕੋਲ ਵੀ ਰਾਹ ਖੁੱਲੇ ਨੇ, ਸਾਡੀ ਕਾਨੂੰਨੀ ਜਿਹੜੀ ਟੀਮਾਂ ਹੈਗੀਆਂ ਨੇ ਉਹ ਇਹਦੇ ਉੱਤੇ ਗੱਲ ਕਰ ਰਹੀਆਂ ਨੇ। ਮੈਨੂੰ ਲੱਗਦਾ ਕਿ ਜਿਹੜਾ ਐਸਜੀਪੀਸੀ ਹੈ ਜਾਂ ਅਕਾਲੀ ਦਲ ਹੈ, ਉਹ ਇਹਨੂੰ ਕਾਨੂੰਨੀ ਮਤਲਬ ਪਹਿਲੂ ਨਹੀਂ ਰੱਖ ਰਿਹਾ, ਉਹ ਇਹਨੂੰ ਭਾਵਨਾਤਮਕ ਮੁੱਦਾ ਬਣਾ ਰਿਹਾ ਹੈ ਵੀ ਇਹ ਜਾਣ ਬੁੱਝ ਕੇ ਸਰਕਾਰਾਂ ਜਿਹੜੇ ਸਾਡੇ ਅਫੇਅਰਸ ਨੇ ਉਹਦੇ ਵਿੱਚ ਦਖਲਅੰਦਾਜ਼ੀ ਕਰ ਰਹੀਆਂ, ਇੱਕ ਰਾਹ ਖੋਲ ਰਹੀਆਂ ਨੇ। ਇਹ ਅਕਾਲੀ ਦਲ ਦੀ ਮਤਲਬ ਇੱਕ ਜਿਹਨੂੰ ਕਹਿ ਲਓ ਰਣਨੀਤੀ ਦਾ ਹਿੱਸਾ ਹੈ, ਜਦਕਿ ਸਰਕਾਰ ਦੀ ਰਣਨੀਤੀ ਦਾ ਹਿੱਸਾ ਕਾਨੂੰਨੀ ਤੌਰ ਤੇ। ਉਹਨਾਂ ਨੇ ਕਿਹਾ ਵੀ ਸਰਕਾਰ ਇਸ ਗੱਲ ਲਈ ਯੋਗ ਹੈ, ਉਹ ਇਹ ਕਾਨੂੰਨ ਦੇ ਵਿੱਚ ਜਿਹੜੀ ਹੁੰਦੀ ਹੈ ਕਿ ਨਾਮ ਹੈ ਤਰਮੀਮ ਕਰ ਸਕਦੀ ਹੈ, ਉਹਨਾਂ ਨੇ ਕਰਤੀ ਹੈ। ਸੋ ਹੁਣ ਬਾਲ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ 'ਚ ਹੈ, ਕਿਉਂਕਿ ਉਹਨਾਂ ਨੇ ਤਰਮੀਮ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਕਿਹਾ ਕਿ ਉਹ ਸਾਰਿਆਂ ਨੂੰ ਫ੍ਰੀ ਜਿਹੜਾ ਹੈਗਾ ਗੁਰਬਾਣੀ ਅਵੇਲੇਬਲ ਕਰਾਏ, ਫੀਡ ਬਾਰ ਦੇਵੇ, ਜਿਹਨੇ ਚੱਕਣੀਆਂ ਤੋਂ ਚੱਕ ਲੈਣ। ਸੋ ਇਹ ਚੀਜ਼ਾਂ ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਕਰਨੀਆਂ ਨੇ।
ਸਵਾਲ ਹੁਣ ਦਿੱਕਤ ਇਹ ਹੈ ਕਿ ਆਮ ਲੋਕ ਜਿਹੜੇ ਨੇ ਉਹ ਇਹਨੂੰ ਕੀ ਮੰਨਣ, ਕੀ ਉਹ ਇਹਨੂੰ ਭਾਵਨਾਤਮਕ ਮੁੱਦਾ ਮੰਨਣ ਤਾਂ ਇਹ ਕਹਿਣ ਵੀ ਹਾਂ ਜੋ ਸਰਕਾਰ ਨੇ ਕੀਤਾ ਇਹ ਗਲਤ ਹੈ, ਇਹ ਸਰਕਾਰ ਨੂੰ ਇਹ ਕਰਨ ਦਾ ਕੋਈ ਹੱਕ ਨਹੀਂ, ਇਹ ਸਿੱਧੀ ਸਿੱਧੀ ਦਖਲਅੰਦਾਜ਼ੀ ਹੈ। ਠੀਕ ਹੈ, ਅੱਜ ਉਹਨਾਂ ਦੀ ਭਾਵਨਾ ਕੁਝ ਹੋਰ ਹੋ ਸਕਦੀ ਹੈ, ਲੇਕਿਨ ਕੱਲ ਨੂੰ ਹੋਰ ਵੀ ਹੋ ਸਕਦੀ ਹੈ। ਮੈਂ ਜਿਵੇਂ ਕੱਲ ਕਿਹਾ ਸੀਗਾ ਵੀ SGPC ਦੇ ਜਿਹੜੇ ਮੈਂਬਰਸ ਨੇ ਉਹ ਵੀ ਸਰਕਾਰ ਨੋਮੀਨੇਟ ਕਰਨ ਤੇ ਆ ਜਾਏਗੀ ਤਾਂ ਫਿਰ ਇਹਦਾ ਕਬਜ਼ਾ ਹੋ ਜਾਏਗਾ। ਪਹਿਲਾਂ ਤੁਸੀਂ ਬਿਲਕੁਲ ਠੀਕ ਕਿਹਾ, ਇਹ ਜਿਹੜਾ ਸਵਾਦ ਹੈ ਇਹ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੱਖਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਨੂੰ ਪੁੱਠਾ ਹੀ ਪਿਆ ਸੀਗਾ। ਤੇ ਮੈਨੂੰ ਵੀ ਲੱਗਦਾ ਕਿ ਭਗਵੰਤ ਮਾਨ ਹੋਣੀ ਵੀ ਸ਼ਾਇਦ ਇੱਥੇ ਜਿਹੜਾ ਉਹਨਾਂ ਨੇ ਕਦਮ ਚੁੱਕ ਲਿਆ ਇਹ ਠੀਕ ਨਹੀਂ ਚੱਕਿਆ ਉਹਨਾਂ ਨੇ। ਇਹ ਲੋਕਾਂ ਨੂੰ ਇਸ ਗੱਲ ਲਈ ਇਹ ਜਿਹੜੀ ਗੱਲ ਦਿਖਾਈ ਜਾ ਰਹੀ ਹੈ ਕਿ ਅਸੀਂ ਤਾਂ ਫ੍ਰੀ ਕਰ ਰਹੇ ਹਾਂ ਸਭ ਵਾਸਤੇ, ਪਰ ਇਸ ਤੋਂ ਬਹੁਤ ਵੱਧ ਕੇ ਚੀਜ਼ ਹੈ। ਇਹ ਸਿਰਫ ਇੱਕ ਦਿਖਾਣ ਵਾਲੇ ਦੰਦ ਨੇ, ਅਸਲੀ ਖਾਣ ਵਾਲੇ ਦੰਦ ਕੁਝ ਹੋਰ ਹੋ ਸਕਦੇ ਆ ਸਰਕਾਰ ਦੇ। ਦੇਖੋ, ਭਗਵੰਤ ਮਾਨ ਸਾਹਿਬ ਦੇ ਕੱਲ ਦੇ 2 ਟਵੀਟ ਬੜੇ ਅਹਿਮ ਨੇ ਔਰ ਉਹ ਟ੍ਰਿਗਰ ਕਰਨ ਦਾ ਯਤਨ ਕਰ ਰਿਹਾ, ਉਹ ਲੋਕਾਂ ਦੀ ਨਬਜ਼ ਤੇ ਹੱਥ ਰੱਖ ਰਿਹਾ। ਉਹ ਕਹਿੰਦੇ ਨੇ, ਪਹਿਲੇ ਟਵੀਟ ਚੋਂ ਕਹਿੰਦੇ ਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਕੱਲ ਹੋਣ ਵਾਲੇ ਇਜਲਾਸ ਲਈ ਚੰਡੀਗੜ੍ਹ 'ਚ ਅਕਾਲੀ ਦਲ ਦੇ ਮੁੱਖ ਦਫ਼ਤਰ 'ਚ ਤਲਬ। ਫਿਰ ਉਹ ਕਹਿੰਦੇ ਆ, ਮਲੂਕਾ, ਚੰਦੂ ਮਾਜਰਾ, ਭੁੰਦੜ ਚੀਮਾ ਤੇ ਗਾਬੜੀਆ ਉੱਥੇ ਮੌਜੂਦ, ਬੰਦ ਕਮਰਾ ਮੀਟਿੰਗ ਜਾਰੀ, ਬਾਦਲ ਪਰਿਵਾਰ ਦੁਆਰਾ ਕਰਿਆ ਕਰਾਇਆ ਤੇ ਲਿਖਿਆ ਲਿਖਾਇਆ ਫੈਸਲਾ ਅੱਜ ਹੀ ਲੈ ਕੇ ਜਾਣਗੇ ਪ੍ਰਧਾਨ ਜੀ, ਕੱਲ ਸਿਰਫ ਪੜ੍ਹ ਕੇ ਸੁਣਾਇਆ ਜਾਵੇਗਾ। ਇੰਜ ਲੱਗਦਾ ਜਿਵੇਂ ਕਿਸੇ ਟੀਵੀ ਚੈਨਲ ਦੀ ਹੈਡਲਾਈਨ ਵਾਂਗ ਭਗਵੰਤ ਮਾਨ ਸਾਹਿਬ ਪੇਸ਼ ਹੋ ਰਿਹਾ। ਉਹਨਾਂ ਨੇ ਵਿਧਾਨ ਸਭਾ 'ਚ ਕਿਹਾ ਸੀ ਕਿ ਮੈਂ ਜਾਣਕਾਰ ਹਾਂ ਇਸ ਤਰ੍ਹਾਂ ਦੇ, ਕਿਉਂਕਿ ਮੈਂ ਕਲਾਕਾਰ ਰਿਹਾ ਤੇ ਮੈਨੂੰ ਸੋਸ਼ਲ ਮੀਡੀਆ ਤੇ ਟੀਵੀ ਚੈਨਲਾਂ ਦਾ ਪਤਾ। ਉਹਨਾਂ ਨੂੰ ਪਤਾ, ਉਹਨਾਂ ਨੇ ਉਸੇ ਤਰੀਕੇ ਦਾ ਕੀਤਾ। ਅੱਗੇ ਉਹ ਫਿਰ 11 ਘੰਟੇ ਬਾਅਦ, ਪਹਿਲਾਂ ਉਹ 17 ਘੰਟੇ ਪਹਿਲਾਂ ਇਹ ਕਰਦੇ ਆ, ਫਿਰ 11 ਘੰਟੇ ਪਹਿਲਾਂ ਕਹਿੰਦੇ ਆ, ਪੰਜਾਬੀਓ ਹੁਣ ਫੈਸਲਾ ਤੁਸੀਂ ਕਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਘਰ ਦੀ ਮੀਟਿੰਗ ਅਕਾਲੀ ਦਲ ਦੇ ਦਫ਼ਤਰ 'ਚ ਕਿਉਂ? 2 ਪ੍ਰਸ਼ਨ ਚਿੰਨ੍ਹ ਪਾ ਕਹਿੰਦੇ, ਇਹਦਾ ਕੀ ਮਤਲਬ ਹੈ? ਵਿਚਾਰ ਜ਼ਰੂਰ ਦਿਓ। ਇਹ ਸੰਗਤ ਦੇ ਫਤਵੇ ਤੋਂ ਭੱਜ ਨਹੀਂ ਸਕਦੇ। ਮੈਂ ਇਹ ਫੈਸਲਾ ਤੁਹਾਡੇ ਤੇ ਛੱਡਦਾ। ਇਹਨਾਂ ਦੇ ਚਿਹਰੇ ਬੇਨਕਾਬ ਕਰੀਏ। ਮੈਨੂੰ ਲੱਗਦਾ ਭਗਵੰਤ ਮਾਨ ਇਹਦੇ ਤੇ ਵਸੀ ਸਮਰਥਨ ਚਾਹ ਰਹੇ ਨੇ। ਉਹ ਸਮਰਥਨ ਇੱਕ ਤਰਫਾ ਉਹਨਾਂ ਨੂੰ ਮਿਲ ਰਿਹਾ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਨਿਸ਼ਾਨੇ ਤੇ ਨੇ, ਲੇਕਿਨ ਉਹ ਪ੍ਰਸਾਰਨ ਨੂੰ ਲੈ ਕੇ ਲੋਕਾਂ ਦੀ ਸ਼ਾਬਾਸ਼ ਦੇ ਹੱਕਦਾਰ ਨੇ ਕਿ ਤੁਸੀਂ ਫੈਸਲਾ ਠੀਕ ਕੀਤਾ ਪਰ ਫੈਸਲਾ ਗਲਤ ਤਰੀਕੇ ਨਾਲ ਕੀਤਾ। ਇਹ ਸਵਾਲ ਬੜਾ। ਮੈਂ ਥੋੜੀ ਜਿਹੀ ਗੱਲ ਅੱਗੇ ਵਧਾ ਕੇ ਗੱਲ ਖਤਮ ਕਰ ਦੂੰਗਾ, ਭਾਸਕਰ ਸਾਹਿਬ ਵੱਲ ਚੱਲਦਾ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਅਜਲਾਸ ਵਿੱਚ ਪ੍ਰਸਾਰਨ ਨੂੰ ਲੈ ਕੇ ਸ਼ਾਇਦ ਬਹੁਤੀ ਗੱਲ ਨਾ ਹੋਵੇ ਕਿਉਂਕਿ ਪਹਿਲੇ ਕਾਰਜਕਾਰੀ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ ਤੇ ਇੱਕ ਸਬ ਕਮੇਟੀ ਇਸ ਮਾਮਲੇ 'ਚ ਬਣੀ ਹੋਈ ਆ, ਜਿਹਦੀ ਹਲਚਲ ਥੋੜੀ ਵਧੀ ਹੋਈ ਆ ਔਰ ਕੁਝ ਮੀਟਿੰਗਾਂ ਹੋਈਆਂ, ਕੁਝ ਮੀਟਿੰਗਾਂ ਹੋਰ ਹੋ ਸਕਦੀਆਂ ਔਰ ਅੱਜ ਉਹਦੇ ਵਿੱਚ ਇਹ ਗੱਲ ਕੀਤੀ ਜਾ ਸਕਦੀ ਆ ਕਿ ਪ੍ਰਸਾਰਨ ਮਾਮਲੇ ਨੂੰ ਲੈ ਕੇ ਬਣੀ ਸਬ ਕਮੇਟੀ ਆਪਣੇ ਫਾਈਨਲ ਦੌਰ ਦੇ ਵਿੱਚ ਆ, ਉਹਦੀਆਂ ਫਾਈਂਡਿੰਗਸ ਨੂੰ ਇੰਪਲੀਮੈਂਟ ਕੀਤਾ ਜਾਏਗਾ ਔਰ ਇਸ ਚੈਨਲ ਦੇ ਅਖਤਿਆਰਾਤ ਜੁਲਾਈ ਦੇ ਮਹੀਨੇ ਦੇ ਵਿੱਚ ਖਤਮ ਹੋ ਰਿਹਾ। ਉਸ ਤੋਂ ਬਾਅਦ ਜਿਹੜਾ ਫੈਸਲਾ ਜਥੇਦਾਰ ਦੇ ਨਿਰਦੇਸ਼ ਦੇ ਉੱਤੇ ਸਬ ਕਮੇਟੀ ਕਰੂਗੀ ਉਹਨੂੰ ਅਮਲ 'ਚ ਲਿਆਂਦਾ ਜਾਊਗਾ। ਪਹਿਲੀ ਨਜ਼ਰੇ YouTube ਚੈਨਲ ਦੀ ਗੱਲ ਸੀ, ਲੇਕਿਨ ਹੁਣ ਸੈਟੇਲਾਈਟ ਚੈਨਲ ਦੀ ਗੱਲ ਵੀ ਹੋ ਰਹੀ ਆ। ਸ਼੍ਰੋਮਣੀ ਕਮੇਟੀ ਆਪਣਾ ਪ੍ਰਬੰਧ, ਆਪਣਾ ਚੈਨਲ, ਆਪਣੀ ਗੁਰਬਾਣੀ ਪ੍ਰਸਾਰਨ ਨਿੱਜੀ ਤੌਰ ਤੇ ਕਰਨ ਦਾ ਫੈਸਲਾ ਲੈ ਸਕਦੀ ਆ, ਪਰ ਇਹਨੂੰ ਥੋੜਾ ਦੇਰ ਲੱਗੂਗੀ। ਅੱਜ ਮੇਰਾ ਖਿਆਲ ਜਿਹੜਾ ਫੈਸਲਾ ਹੋਣ ਵਾਲਾ, ਉਹ ਲੜਾਈ ਕਿਸ ਤਰ੍ਹਾਂ ਲੜਨੀ ਆ, ਸਰਕਾਰ ਦੇ ਖਿਲਾਫ ਮੁਹਿੰਮ ਕਿੱਦਾਂ ਵੱਢਣੀ ਹੈ, ਇਹ ਮੋਰਚਾ ਹੋਵੇ, ਇਹ ਮਾਰਚ ਹੋਵੇ, ਇਹ ਕੋਈ ਧਰਨਾ ਹੋਵੇ, ਕੀ ਹੋਵੇ, ਇਹ ਬਹੁਤ ਛੇਤੀ ਤੁਹਾਡੇ ਸਾਹਮਣੇ ਆਉਣ ਵਾਲਾ। ਭਾਸਕਰ ਸਾਹਿਬ, ਇਸ ਮੁੱਦੇ ਨੂੰ ਕ੍ਰਿਟਿਕ ਦੀ ਨਜ਼ਰ ਨਾਲ ਜਰਾ ਦੇਖੋ, ਤੁਸੀਂ ਕਿਵੇਂ ਸਮਝ ਰਹੇ ਹੋ? ਗੱਲ ਅਗਰ ਪੂਰੇ ਮੁੱਦੇ ਨੂੰ ਓਵਰਆਲ ਦੇਖੀਏ ਤੇ ਤੁਸੀਂ ਇਹ ਦੇਖੋ ਕਿ ਭਗਵੰਤ ਮਾਨ ਉਹਨਾਂ ਨੇ ਉਹ ਗੁਰਦੁਆਰਾ ਅਮੈਂਡਮੈਂਟ ਐਕਟ 2023 ਲਿਆ ਕੇ ਇੱਕ 125 ਇਹ ਚੇਂਜ ਕੀਤੀ ਜੋ ਗੁਰਬਾਣੀ ਤੇ ਪ੍ਰਸਾਰਣ ਨੂੰ ਲੈ ਕੇ ਸੀਗੀ। ਉਹਨਾਂ ਦਾ ਭਾਸਕਰ ਸਾਹਿਬ 125 ਚੇਂਜ ਨਹੀਂ ਕੀਤੀ, 125 ਪਹਿਲਾਂ 125 ਲਿਆਂਦੀ, ਐਡ ਕੀਤੀ। ਹੁਣ ਇਸ ਮੁੱਦੇ ਦੇ ਉੱਤੇ ਜਦ SGPC ਦੀ ਜਨਰਲ ਇਜਲਾਸ ਹੋਏਗਾ ਉਹਦੇ ਵਿੱਚ ਕੀ ਡਿਸਕਸ਼ਨ ਹੋਏਗੀ? ਜੇ ਉਹ ਇਹ ਕਹਿੰਦੇ ਨੇ ਕਿ ਹੁਣ SGPC ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ PTC ਨੂੰ ਰਾਈਟ ਨਹੀਂ ਦੇਗੀ ਤਾਂ ਵੀ ਉਹ ਆਪਣੇ ਹੀ ਜਾਲ ਦੇ ਵਿੱਚ ਜੋ ਉਸ ਅਮੈਂਡਮੈਂਟ ਬਿੱਲ ਦਾ ਇੱਕ ਟੀਚਾ ਸੀਗਾ ਉਹ ਪੂਰਾ ਹੁੰਦਾ ਹੈ। ਜੇ ਅੱਜ SGPC ਡਿਸਾਈਡ ਕਰਦੀ ਹੈ ਕਿ ਪ੍ਰਸਾਰਣ ਦਾ ਹੱਕ ਹੁਣ PTC ਨੂੰ ਹੀ ਰਹੇਗਾ ਤਾਂ ਵੀ ਉਸ ਬਿੱਲ ਦਾ ਵਿਰੋਧ ਤੇ ਕਰਦੇ ਨੇ, ਪਰ ਪਬਲਿਕ ਪਰਸੈਪਸ਼ਨ ਉਹਨਾਂ ਦੀ ਖਰਾਬ ਹੁੰਦੀ ਹੈ। ਭਗਵੰਤ ਮਾਨ ਉਹਨਾਂ ਦਾ ਜਾਂ ਸਰਕਾਰ ਦਾ ਜਿਹੜਾ ਟੀਚਾ ਸੀਗਾ ਉਸ ਅਮੈਂਡਮੈਂਟ ਬਿੱਲ ਨੂੰ ਲਿਆਉਣ ਦਾ, ਉਹ ਤੇ ਪੂਰਾ ਹੋ ਗਿਆ। ਹੁਣ ਅੱਗੇ ਚੱਲ ਕੇ ਭਾਵੇਂ ਸਰਕਾਰ ਹੀ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਧਾਰਮਿਕ ਮਾਮਲਿਆਂ ਦੇ ਵਿੱਚ ਕਦੀ ਵੀ ਕੋਈ ਇੰਟਰਫੇਅਰ ਨਹੀਂ ਕਰਾਂਗੇ, ਇਸ ਨੂੰ ਧਾਰਮਿਕ ਮਾਮਲਿਆਂ ਦੇ ਵਿੱਚ ਇੰਟਰਫੇਅਰ ਨਾ ਸਮਝਿਆ ਜਾਏ। ਹੁਣ ਇਸ ਤੋਂ ਪਹਿਲੇ ਇਹਨਾਂ ਮਾਮਲਿਆਂ ਦੇ ਵਿੱਚ ਇੰਟਰਫੇਅਰ ਹਰਿਆਣਾ ਸਰਕਾਰ ਨੇ ਕੀਤਾ ਸੀਗਾ ਜਦ 2014 ਦੇ ਵਿੱਚ ਵੱਖਰੀ SGPC ਲਿਆ ਕੇ
ਹੁੱਡਾ ਸਰਕਾਰ ਨੇ ਉਹ ਬਿੱਲ ਲੈ ਕੇ ਆਏ, ਉਸ ਬਿੱਲ ਦਾ ਵਿਰੋਧ ਐਸਜੀਪੀਸੀ ਨੇ ਕਈ ਵਾਰ ਕੀਤਾ, ਸੁਪਰੀਮ ਕੋਰਟ ਤੱਕ ਰਿਵਿਊ ਪਟੀਸ਼ਨ ਔਰ ਕੇਸ ਤੱਕ ਪਾਇਆ, ਪਰ ਉੱਥੇ ਹਾਰ ਗਈ। ਹੁਣ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਚੀਜ਼ ਸ਼ੁਰੂ ਹੋਈ ਹੈ। ਬਿਲਕੁਲ ਠੀਕ ਕਹਿ ਰਹੇ ਹੋ, ਇੱਕ ਮੁੱਦਾ ਅਕਾਲੀ ਦਲ ਨੂੰ ਤੇ ਐਸਜੀਪੀਸੀ ਨੂੰ ਮਿਲ ਗਿਆ, ਇਹਦੇ ਉੱਤੇ ਮੋਰਚੇ ਲਾਉਣ ਦੀ ਗੱਲ ਕੀਤੀ ਜਾ ਸਕਦੀ ਹੈ, ਪਰ ਪੀਟੀਸੀ ਦੇ ਮੁੱਦੇ ਦੇ ਉੱਤੇ ਅੱਜ ਜਨਰਲ ਇਜਲਾਸ ਦੇ ਵਿੱਚ ਹੋ ਸਕਦਾ ਕੋਈ ਗੱਲ ਹੋਏ ਨਾ, ਕਿਉਂਕਿ ਇਸ ਮੁੱਦੇ ਦੇ ਉੱਤੇ ਐਸਜੀਪੀਸੀ ਤੇ ਅਕਾਲੀ ਦਲ ਕਾਰਨਰ ਨਜ਼ਰ ਆਉਂਦਾ ਹੈ, ਕਿਉਂਕਿ ਜਦ ਬਾਦਲ ਪਰਿਵਾਰ ਦੇ ਹਿੱਤਾਂ ਦੀ ਰੱਖਿਆ ਕਰਦਾ ਹੋਇਆ ਅੱਜ ਐਸਜੀਪੀਸੀ ਦਾ ਜਨਰਲ ਇਜਲਾਸ ਨਜ਼ਰ ਆਏਗਾ, ਤੇ ਉਹ ਪਰਸੈਪਸ਼ਨ, ਜਿਹੜੀ ਪਰਸੈਪਸ਼ਨ ਭਗਵੰਤ ਮਾਨ ਉਹਨਾਂ ਵੀ ਟਵੀਟ ਕਰਕੇ ਖਰਾਬ ਕਰਨਾ ਚਾਹੁੰਦੇ ਆ, ਖਰਾਬ ਕਰ ਰਹੇ ਨੇ ਕਿ ਹੁਣ ਪੰਜਾਬੀਓ ਤੁਸੀਂ ਦੱਸੋ ਕਿ ਵੀ ਆ ਜੋ ਕੁਝ ਹੋ ਰਿਹਾ ਠੀਕ ਹੈ, ਤੁਹਾਡਾ ਫੈਸਲਾ ਤੁਹਾਡੇ ਹੱਥ 'ਚ, ਉਹ ਉਸ ਪਰਸੈਪਸ਼ਨ ਨੂੰ ਖੜੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਹੈਗਾ। ਇਸ ਮੁੱਦੇ ਦੇ ਉੱਤੇ ਹੁਣ ਐਸਜੀਪੀਸੀ ਅੱਜ ਵੱਧ ਤੋਂ ਵੱਧ ਕੋਈ ਮੋਰਚਾ ਲਾਉਂਦਾ, ਔਰ ਹੋ ਸਕਦਾ ਹਜੇ ਇਹ ਬਿੱਲ ਤੇ ਗਵਰਨਰ ਸਾਹਿਬ ਕੋਲ ਜਾਣਾ ਹੈ, ਉੱਥੋਂ ਹੀ ਰਿਜੈਕਟ ਹੋ ਜਾਏ, ਜਾਂ ਫਿਰ ਉਹ ਇਸ ਬਿੱਲ ਨੂੰ ਪ੍ਰੈਜ਼ੀਡੈਂਟ ਰੈਫਰੈਂਸ ਵਾਸਤੇ ਜਾਂ ਸੁਪਰੀਮ ਕੋਰਟ ਦੇ ਵਿੱਚ ਕਿਸੇ ਕਾਰਨਵੰਸ਼ ਭੇਜ ਸਕਦੇ ਨੇ। ਪਰ ਮੁੱਦਾ ਜ਼ਰੂਰ ਅਕਾਲੀਆਂ ਨੂੰ ਮਿਲ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸਿਖਰਲੇ ਲੀਡਰ ਦੋਨੇ ਸੁਖਬੀਰ ਸਿੰਘ ਬਾਦਲ ਔਰ ਬਿਕਰਮ ਸਿੰਘ ਮਜੀਠੀਆ ਇਹ ਸਾਰੇ ਫੈਸਲਾਕੁਨ ਮੌਕੇ ਤੇ ਪਾਸੇ ਰਹਿ ਕੇ ਇਹ ਸੁਨੇਹਾ ਦੇਣ ਦਾ ਵੀ ਯਤਨ ਕਰ ਰਿਹਾ ਕਿ ਸਾਡਾ ਦਖਲ ਨਹੀਂ, ਪਰ ਕੀ ਇੰਨੇ ਨਾਲ ਇਹ ਸੁਨੇਹਾ ਜਾਏਗਾ? ਲੋਕ ਮਾਨਸਿਕਤਾ 'ਚ ਕਰ ਚੁੱਕੀ ਇਹ ਗੱਲ ਕਿ ਉਹ ਹਾਜ਼ਰ ਹੋਣ ਨਾ ਹੋਣ, ਲੇਕਿਨ ਫੈਸਲੇ ਉਹਨਾਂ ਦੀ ਮਰਜ਼ੀ ਅਨੁਸਾਰ ਲਏ ਜਾਣਗੇ। ਨੋ ਡਾਊਟ ਇੱਕ ਵਾਰੀ ਕੁਦਰਤੀ ਤੌਰ ਤੇ ਇਹ ਫੈਸਲੇ ਨਿਰਪੱਖ ਲੱਗਣ ਵਾਲੇ ਲਏ ਜਾਣਗੇ, ਪਰ ਕੀ ਇਹ ਫੈਸਲੇ ਜੇ ਬਹੁਤ ਪਹਿਲਾਂ ਲਏ ਜਾਂਦੇ, ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਇਹ ਫੈਸਲੇ ਲੈ ਲਏ ਗਏ ਹੁੰਦੇ ਤੇ ਅੱਜ ਸਥਿਤੀ ਹੋਰ ਹੁੰਦੀ। ਭਗਵੰਤ ਮਾਨ ਨੇ ਜਦੋਂ ਪਹਿਲੀ ਵਾਰੀ ਟਵੀਟ ਕੀਤਾ ਸੀ ਕਿ 2 ਦਿਨ ਬਾਅਦ ਇਜਲਾਸ ਦੇ ਵਿੱਚ ਅਸੀਂ ਲਿਆ ਰਹੇ ਹਾਂ ਐਕਟ ਸੋਧ ਬਿੱਲ ਲਿਆ ਰਹੇ ਹਾਂ, ਤਾਂ ਕਿ ਉਦੋਂ ਹੀ ਇਹ ਸਾਰੇ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਮੁਕਾ ਦਿੰਦਾ, ਇਹ ਕਹਿ ਕੇ ਕਿ ਜਿਹੜੇ ਬਹਾਨੇ ਨਾਲ ਤੁਸੀਂ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਬਹਾਨਾ ਹੀ ਖਤਮ ਕਰ ਰਹੇ ਹਾਂ, ਤੇ ਫਿਰ ਮੇਰੇ ਖਿਆਲ ਉਹਨਾਂ ਦਾ ਹੱਥ ਜ਼ਿਆਦਾ ਬਿਹਤਰ ਢੰਗ ਨਾਲ ਉੱਪਰ ਹੁੰਦਾ। ਇਸ ਵੇਲੇ ਉਹਨਾਂ ਨੂੰ ਫਾਇਦਾ ਕਿੰਨਾ ਮਿਲਣਾ ਇਹ ਤਾਂ ਪਤਾ ਨਹੀਂ, ਪਰ ਲੜਾਈ ਸਿਖਰ ਤੇ ਜਾਊਗੀ ਇਹ ਜ਼ਰੂਰ ਪਤਾ ਲੱਗ ਗਿਆ। ਖੈਰ ਆਪਾਂ ਚੱਲਦੇ ਹਾਂ ਅੱਗੇ। ਭਾਸਕਰ ਸਾਹਿਬ, ਤੁਹਾਡੇ ਹਿੱਸੇ ਦਾ ਸਵਾਲ ਆ ਕਿ ਅੱਜ ਗਵਰਨਮੈਂਟ ਦੀ ਇੱਕ ਮੂਵ ਦਾ ਸਾਰੀਆਂ ਅਖਬਾਰਾਂ ਨੇ ਬਹੁਤ ਨੋਟਿਸ ਲਿਆ ਤੇ ਬੜੀਆਂ ਵੱਡੀਆਂ 4-4 ਕਾਲਮ ਖਬਰਾਂ ਲਾਈਆਂ ਨੇ। ਇਹ ਜਿਹੜਾ ਪਰਲ ਗਰੁੱਪ ਦੇ ਵਿੱਚ ਨਿਰਮਲ ਸਿੰਘ ਭੰਗੂ ਦੀਆਂ ਪ੍ਰਾਪਰਟੀਆਂ ਨੂੰ ਲੈ ਕੇ ਡੀਸੀਜ਼ ਨੂੰ ਕਿਹਾ ਗਿਆ, ਇਹਦੇ ਬਾਰੇ ਤਾਂ ਬਹੁਤ ਪਹਿਲਾਂ ਦੇ ਫੈਸਲੇ ਹੋਏ ਆ। ਮੈਨੂੰ ਯਾਦ ਹੈ ਭਗਵੰਤ ਮਾਨ ਦੀ ਗਵਰਨਮੈਂਟ ਆਉਂਦੇ ਹੀ ਹੋ ਗਏ ਸੀ, ਕੈਪਟਨ ਅਮਰਿੰਦਰ ਸਿੰਘ ਦੇ ਵੇਲੇ 'ਚ ਵੀ ਕਈ ਵਾਰੀ ਇਹ ਗੱਲਾਂ ਆਈਆਂ, ਫਿਰ ਲੋਧਾ ਕਮੇਟੀ ਦੀ, ਫਿਰ ਸੀਬੀਆਈ ਜਾਂਚ, ਫਿਰ ਈਡੀ ਜਾਂਚ, ਫਿਰ ਸੁਪਰੀਮ ਕੋਰਟ ਦੇ ਫੈਸਲੇ। ਇਹ ਤਾਂ ਮਾਮਲੇ ਸਾਰੇ ਦੇ ਸਾਰੇ ਐਕਸਟ੍ਰੈਕਟ ਹੋਏ ਆ ਜਿਨ੍ਹਾਂ ਤੇ ਫੈਸਲੇ ਉੱਪਰੋਂ ਆਉਣੇ ਨੇ। ਇੱਥੇ ਤਾਂ ਫੈਸਲੇ ਇਹ ਸੀ ਕਿ ਪਰਲ ਗਰੁੱਪ ਦੀਆਂ ਜਾਇਦਾਦਾਂ ਤੇ ਕਬਜ਼ੇ ਕਿਹਨਾਂ ਨੇ ਕੀਤੇ ਆ, ਪ੍ਰਾਈਮ ਲੈਂਡ ਕਿਹਨਾਂ ਨੇ ਹਥਿਆ ਲਈ, ਕਿਹਨਾਂ ਨੇ ਕਬਜ਼ੇ ਕਰ ਲਏ, ਕਿਹਨਾਂ ਨੇ ਕੌਡੀਆਂ ਦੇ ਭਾਅ 'ਚ ਖਰੀਦ ਵੀ ਲਈਆਂ ਨੇ ਉਹਨਾਂ ਦਿਨਾਂ 'ਚ। ਇਹ ਵੀ ਦੇਖਣ ਵਾਲੀ ਗੱਲ ਆ ਕਿ ਪੰਜਾਬ ਦੇ ਕੁਝ ਅਧਿਕਾਰੀ ਵੀ ਸ਼ਾਮਲ ਨੇ। ਜਿੱਥੇ ਤੱਕ ਪਰਲ ਗਰੁੱਪ ਦੀ ਗੱਲ ਕਰੀਏ ਤੇ ਪੰਜਾਬ ਕੀ ਮੇਰੇ ਖਿਆਲ ਨਾਲ ਕਈ ਹੋਰ ਸੂਬੇ ਹੈਗੇ ਨੇ ਜਿਹਦੇ ਵਿੱਚ ਇਹ ਸਕੈਮ ਫੈਲਿਆ ਹੋਇਆ। 60,000 ਕਰੋੜ ਦਾ ਸਕੈਮ ਸੀਗਾ, ਜਿਹਦੇ ਵਿੱਚ ਪਰਲ ਗਰੁੱਪ ਨੇ ਬਹੁਤ ਸਾਰੀ ਪ੍ਰਾਪਰਟੀਆਂ ਖਰੀਦੀਆਂ ਵੀ ਸੀ, ਔਰ ਉਹਨਾਂ ਪ੍ਰਾਪਰਟੀਆਂ ਦੇ ਉੱਤੇ ਜੁਲਾਈ 26 2016 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਜੱਜਮੈਂਟ ਆਈ ਸੀ, ਲੋਧਾ ਕਮੇਟੀ ਬਣਾ ਦਿੱਤੀ ਗਈ ਸੀ ਜਿਹੜਾ ਇਹਨਾਂ ਪ੍ਰਾਪਰਟੀਆਂ ਦਾ ਹੁਣ ਅੱਗੇ ਚੱਲ ਕੇ ਵੇਚਣੀ ਹੈ ਜਾਂ ਇਸ ਤੋਂ ਇਹ ਵੇਚੀ ਨਹੀਂ ਜਾ ਸਕਦੀ, ਇਹਦੇ ਬਾਰੇ ਚ ਵੀ ਪੂਰੀ ਡਿਟੇਲ ਦੇ ਵਿੱਚ ਇੱਕ ਆਰਡਰ ਆਇਆ ਸੀਗਾ। ਉਸ ਆਰਡਰ ਦਾ ਵਾਇਓਲੇਸ਼ਨ ਪੰਜਾਬ ਦੇ ਵਿੱਚ ਨਜ਼ਰ ਆਇਆ। ਹੁਣ ਟੋਟਲ ਪ੍ਰਾਪਰਟੀ 2239 ਪ੍ਰਾਪਰਟੀ ਪੰਜਾਬ ਦੇ ਵਿੱਚ ਆਇਡੈਂਟੀਫਾਈ ਕੀਤੀ ਗਈ ਹੈ, ਜਿਹਦੇ ਵਿੱਚੋਂ 31 ਪ੍ਰਾਪਰਟੀ ਦਾ ਜ਼ਿਕਰ ਆਇਆ ਜੋ ਵੇਚ ਦਿੱਤੀ ਗਈ ਗਲਤ ਤਰੀਕੇ ਨਾਲ, ਔਰ ਉਹਨੂੰ ਵੇਚਣ ਦੇ ਵਿੱਚ ਸਰਕਾਰੀ ਅਫਸਰਾਂ, ਰੈਵਨਿਊ ਆਫੀਸ਼ੀਅਲਸ ਦਾ ਵੀ ਹੱਥ ਸੀਗਾ। ਇਹ ਮਾਮਲਾ ਵਿਜੀਲੈਂਸ ਬਿਊਰੋ ਨੇ ਫਾਈਨੈਂਸ਼ੀਅਲ ਕਮਿਸ਼ਨਰ ਦੇ ਧਿਆਨ ਦੇ ਵਿੱਚ ਲਿਆ। ਉਹਨਾਂ ਨੇ ਜੂਨ 16 ਨੂੰ ਇੱਕ ਚਿੱਠੀ ਲਿਖੀ ਸਾਰੇ ਡੀਸੀਜ਼ ਨੂੰ ਕਿ ਇਹ ਖਾਸ ਕਰਕੇ 31 ਪ੍ਰਾਪਰਟੀ ਤੇ 2239 ਪ੍ਰਾਪਰਟੀ ਦੇ ਉੱਤੇ ਅੱਜ ਕਿਹਦਾ ਕਬਜ਼ਾ ਹੈਗਾ ਜਾਂ ਉੱਥੇ ਕੀ ਬਣਿਆ ਹੋਇਆ ਹੈ, ਟਾਈਟਲ ਕਿਹਦੇ ਨਾਂ ਤੇ ਬੋਲਦਾ ਹੈ, ਔਰ ਖਾਸ ਕਰਕੇ ਉਹਨਾਂ 31 ਪ੍ਰਾਪਰਟੀਆਂ ਨੂੰ ਵੇਚਣ ਦੇ ਵਿੱਚ ਕਿਸੇ ਸਰਕਾਰੀ ਅਫਸਰ ਦਾ ਕਿੰਨਾ ਕੁ ਹੱਥ ਸੀਗਾ, ਔਰ ਅਗਰ ਇਹ ਵੇਚੀ ਜਾ ਚੁੱਕੀ ਹੈ ਤੇ ਇਹਨਾਂ ਦੇ ਟਾਈਟਲ ਨੂੰ ਦੁਬਾਰਾ ਨਲ ਐਂਡ ਵਾਇਡ ਡਿਕਲੇਅਰ ਕਰਕੇ ਦੁਬਾਰਾ ਪਰਲ ਗਰੁੱਪ ਦੇ ਨਾਂ ਤੇ ਕੀਤਾ ਜਾਏ, ਕਿਉਂਕਿ ਇਹ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਵੇਚੀਆਂ ਨਹੀਂ ਜਾ ਸਕਦੀ ਸੀ। ਕਈ ਪਰਲ ਗਰੁੱਪ ਦੀ ਪ੍ਰਾਪਰਟੀਆਂ ਦੇ ਉੱਤੇ ਤੇ ਕਬਜ਼ਾ ਵੀ ਹੋ ਚੁੱਕਿਆ, ਉਸ ਕਬਜ਼ੇ ਨੂੰ ਵੀ ਹਟਾਉਣ ਦੀ ਗੱਲ ਇਸ ਆਰਡਰ ਦੇ ਵਿੱਚ ਕੀਤੀ ਗਈ ਹੈ। ਪਰ ਗੱਲ ਇਹ ਵੀ ਕਿ ਜੂਨ 16 ਨੂੰ ਲਿਖਿਆ ਹੋਇਆ ਲੈਟਰ, ਹਫਤੇ ਦਾ ਡੀਸੀ ਸਾਹਿਬ ਨੂੰ ਟਾਈਮ ਦਿੱਤਾ ਤੇ ਅੱਜ ਜੂਨ 26 ਹੋ ਗਈ ਹੈ, ਯਾਨੀ 10 ਦਿਨਾਂ ਬਾਅਦ ਤੇ ਅਸੀਂ ਉਸ ਹਫਤੇ ਦੇ ਟਾਈਮ ਦੀ ਗੱਲ ਕਰ ਰਹੇ ਹਾਂ ਕਿ ਇਸ ਹਫਤੇ ਦੇ ਵਿੱਚ ਇਹ ਸਾਰੀ ਫਾਰਮੈਲਿਟੀਜ਼ ਹੋ ਗਈ ਹੈ। ਪਿਛਲੇ ਦਿਨਾਂ ਦੇ ਵਿੱਚ ਪ੍ਰੀਤਮ ਕੋਟ ਭਾਈ ਦੇ ਖਿਲਾਫ
3.5 ਕਰੋੜ ਰੁਪਏ ਦਾ ਇਲਜ਼ਾਮ ਲੱਗਿਆ ਔਰ ਉਹਨਾਂ ਨੂੰ ਅਰੈਸਟ ਕਰ ਲਿੱਤਾ ਗਿਆ। ਕਿਹਾ ਗਿਆ ਕਿ ਪਰਲ ਗਰੁੱਪ ਦੇ ਚੇਅਰਮੈਨ ਭੰਗੂ ਸਾਹਿਬ ਨੂੰ ਬੇਲ ਦਿਲਾਉਣ ਦੇ ਵਾਸਤੇ ਇਹ ਪੈਸਾ ਲਿੱਤਾ ਗਿਆ ਸੀ। ਹੁਣ ਇਹ ਡਿਵੈਲਪਮੈਂਟ ਤੇ ਨਜ਼ਰ ਆ ਰਹੀ ਹੈ, ਪਰ ਕਿਸੇ ਨਾ ਕਿਸੇ ਜਗ੍ਹਾ ਇਹ ਸਿਰਫ ਅਖਬਾਰਾਂ ਦੇ ਵਿੱਚ ਖਬਰ ਦੇ ਰੂਪ ਵਿੱਚ ਛਪ ਕੇ ਖਤਮ ਨਾ ਹੋ ਜਾਏ, ਕਿਉਂਕਿ ਜਿਸ ਤਰ੍ਹਾਂ ਅਸੀਂ ਕਹਿ ਚੁੱਕੇ ਹਾਂ ਜੂਨ 16 ਨੂੰ ਲਿਖਿਆ ਹੋਇਆ ਲੈਟਰ, ਹਫ਼ਤੇ ਦਾ ਡੀਸੀ ਨੂੰ ਟਾਈਮ, ਔਰ ਅੱਜ ਜੂਨ 26 ਨੂੰ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਵੀ ਇਹ ਲੈਟਰ ਲਿਖਿਆ ਸੀਗਾ, ਔਰ ਜਦਕਿ ਇੰਪ੍ਰੈਸ਼ਨ ਇਹ ਦਿੱਤਾ ਜਾ ਰਿਹਾ ਕਿ ਇੱਕ ਹਫ਼ਤੇ ਦਾ ਹੋਰ ਟਾਈਮ ਦਿੱਤਾ ਗਿਆ। ਇਹਨਾਂ ਗਰੁੱਪ ਨੂੰ ਇਸ ਸਾਰੀ ਗੱਲ ਨੂੰ ਲੈ ਕੇ ਭਗਵੰਤ ਮਾਨ ਨੂੰ ਨਾ ਐਕਟਿਵ ਤੇ ਨਜ਼ਰ ਆਉਂਦੇ ਨੇ, ਕਿਉਂਕਿ 2 ਮਹੀਨੇ ਬਾਅਦ ਕਦੀ ਨਾ ਕਦੀ ਇਹ ਖਬਰ ਛਪਦੀ ਹੈ ਪਰਲ ਗਰੁੱਪ ਦੇ ਜਿਹੜੇ ਵਿਕਟਿਮਸ ਹੈਗੇ ਨੇ, ਪੀੜਿਤ ਹੈਗੇ ਨੇ, ਉਹਨਾਂ ਨੂੰ ਇਹਨਾਂ ਦੀ ਪ੍ਰਾਪਰਟੀਆਂ ਨੂੰ ਵੇਚ ਕੇ ਅਸੀਂ ਇਹਨਾਂ ਦਾ ਕੰਪਨਸੇਸ਼ਨ, ਇਹਨਾਂ ਦੇ ਪੈਸੇ ਵਾਪਸ ਮੋੜਾਂਗੇ। ਪਰ ਇਹ ਕੀ ਸਰਕਾਰ ਕਰ ਸਕਦੀ ਹੈ? ਔਰ ਖਾਸ ਕਰਕੇ ਜੁਲਾਈ 26 2016 ਦੇ ਉਸ ਆਰਡਰ ਦੇ ਬਾਅਦ, ਜਿਹਦੇ ਵਿੱਚ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਇਹ ਸਾਰੀ ਚੀਜ਼ਾਂ ਹੋਣੀ ਹੈ, ਉਹਨਾਂ ਦੇ ਉੱਤੇ ਸਵਾਲ ਤੇ ਬਹੁਤ ਨੇ। ਪਰ ਸਰਕਾਰ ਜਦ ਅੱਗੇ ਵੱਧਦੀ ਨਜ਼ਰ ਆਉਂਦੀ ਹੈ, ਵਿਜੀਲੈਂਸ ਬਿਊਰੋ ਫਾਈਨੈਂਸ਼ੀਅਲ ਕਮਿਸ਼ਨਰ ਨੂੰ, ਫਾਈਨੈਂਸ਼ੀਅਲ ਕਮਿਸ਼ਨਰ ਲਿਖਦੇ ਨੇ ਡੀਸੀਜ਼ ਨੂੰ, ਔਰ ਉਹ ਡੀਸੀ ਉਹਨਾਂ ਦਾ ਕੀ ਜਵਾਬ ਦਿੰਦੇ ਨੇ, ਇਹਦਾ ਜ਼ਿਕਰ ਨਹੀਂ ਹੋਇਆ। ਚਿੱਠੀ ਦੀ ਗੱਲ ਜ਼ਰੂਰ ਹੋ ਰਹੀ ਹੈ, ਇਹ ਗੱਲ ਕਿੱਦਾਂ ਤੇ ਕਿੱਥੇ ਅੱਗੇ ਵਧੇਗੀ, ਕਿ ਵਾਕਈ ਪੀੜਤਾਂ ਨੂੰ ਕੁਝ ਮਿਲੇਗਾ, ਇਹ ਇੱਕ ਵੱਡਾ ਸਵਾਲ ਹਜੇ ਵੀ ਪੰਜਾਬ ਸਰਕਾਰ ਦੇ ਸਾਹਮਣੇ ਖੜਾ ਹੈ। ਇੰਦਰਪ੍ਰੀਤ ਜੀ, ਲੰਘਦੇ ਵੜਦੇ ਫਿਰ ਕਮਿਸ਼ਨਰ ਸਾਹਿਬ ਨੂੰ ਪੁੱਛ ਹੀ ਲਿਓ, ਫਾਈਨੈਂਸ਼ੀਅਲ ਕਮਿਸ਼ਨਰ ਸਾਹਿਬ ਨੂੰ, ਵੀ ਚਿੱਠੀ ਦਾ ਜਵਾਬ ਆਇਆ ਸੀ ਡੀਸੀਸ ਵੱਲੋਂ, ਤੇ ਫਿਰ ਮੋੜਵੀਂ ਚਿੱਠੀ ਵੀ ਕੋਈ ਭੇਜੀ ਹੈ ਜਾਂ ਉਹਦੇ ਨਾਲ ਹੀ ਤਸੱਲੀ ਹੈ? ਖੈਰ, ਆਪਾਂ ਅੱਗੇ ਚੱਲਦੇ ਹਾਂ। ਦਿੱਲੀ ਦੇ ਵਿੱਚ ਰਾਜਨੀਤੀ ਗਰਮਾਈ ਹੋਈ ਹੈ। ਅਜੇ ਮਾਕਨ ਕੇਜਰੀਵਾਲ ਦੇ ਦੁਆਲੇ ਡਾਂਗ ਕੱਢੀ ਫਿਰਦੇ ਆ, ਇੱਧਰ ਰਾਜਾ ਵੜਿੰਗ ਕੱਢੀ ਫਿਰਦੇ ਆ, ਕਦੇ ਪ੍ਰਤਾਪ ਬਾਜਵਾ ਹੋਰੀ ਖੜੇ ਹੋ ਜਾਂਦੇ ਆ, ਤੇ ਉਧਰਲੇ ਬੰਨੇ ਅਸੀਂ ਇੱਕ ਟਿੱਪਣੀ ਹੋਰ ਵੀ ਦੇਖ ਰਹੇ ਹਾਂ, ਚੰਦਰ ਸ਼ੇਖਰ ਰਾਓ। ਔਰ ਉਹ ਇਹ ਜਿਹੜੇ ਚੰਦਰ ਸ਼ੇਖਰ ਰਾਓ ਆ, ਇੱਥੇ ਆਏ ਸੀਗੇ, ਮੇਰੇ ਖਿਆਲ ਚੰਡੀਗੜ੍ਹ ਦੇ ਵਿੱਚ ਵੀ ਆਏ ਸੀ ਚੈੱਕ ਦੇਣ ਲਈ, ਉਹੀ ਸੀਗੇ। ਔਰ ਇਹਨਾਂ ਕੋਲ ਜਾਂਦੇ ਰਹੇ ਨੇ ਆਪਣੇ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ, ਹੋਰ ਵੀ। ਇਹ ਸਾਰੀ ਰਾਜਨੀਤੀ ਜਿਹੜੀ ਆ, ਔਰ ਇਹਦੇ ਵਿੱਚ ਇਹ ਕਿਹਾ ਮੰਨਿਆ ਵੀ ਜਾ ਰਿਹਾ ਕਿ ਉਸ ਦਿਨ ਪਟਨਾ ਸਾਹਿਬ 'ਚ ਹੋਈ ਮੀਟਿੰਗ ਦੇ ਵਿੱਚ ਕਾਫੀ ਲੋਕ ਜਿਹੜੇ ਸੀ ਉਹ ਕੇਜਰੀਵਾਲ ਸਾਹਿਬ ਦੇ ਮੁੱਦੇ ਨਾਲ, ਜਾਂ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਕਾਂਗਰਸ ਦੀ ਆਲੋਚਨਾ ਕੀਤੀ ਜਾ ਰਹੀ ਸੀ, ਉਹਨੂੰ ਲੈ ਕੇ ਅਸਹਿਮਤ ਸੀ। ਹੁਣ ਜਿਹੜੀਆਂ ਸੁਰਾਂ ਨਿਕਲ ਰਹੀਆਂ ਨੇ, ਕਿਉਂਕਿ ਸਾਡੀ ਪੰਜਾਬ ਦੀ ਰਾਜਨੀਤੀ ਨਾਲ ਵੀ ਜੁੜਦਾ ਸਾਰਾ ਕੁਝ, ਇਸ ਕਰਕੇ ਸਾਡੀ ਦਿਲਚਸਪੀ ਵੱਧ ਜਾਂਦੀ ਹੈ। ਤਾਂ ਇਹਨੂੰ ਇੱਕ ਵਾਰੀ ਜ਼ੁਬਾਨ ਦਿਓ, ਫਿਰ ਭਾਸਕਰ ਸਾਹਿਬ ਵੀ ਇੱਥੇ ਕੁਝ ਕਹਿਣਾ ਚਾਹਣਗੇ। ਰੰਧਾਵਾ ਸਾਹਿਬ, ਜਿਹੜੀ ਇਹ ਮੀਟਿੰਗ ਹੋਈ ਹੈ, ਇਹਦੇ ਵਿੱਚ ਦੇਖੋ ਉਸ ਦਿਨ ਤਾਂ ਕੋਈ ਜ਼ਿਆਦਾ ਗੱਲਾਂ ਛਣ ਕੇ ਬਾਹਰ ਨਹੀਂ ਆਈਆਂ, ਲੇਕਿਨ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਲੜਾਈ ਹੁੰਦੀ ਸਾਫ਼ ਹੁਣ ਨਜ਼ਰ ਆ ਰਹੀ ਹੈ। ਤਾਂ ਉਸ ਤੋਂ ਇਹ ਲੱਗ ਰਿਹਾ ਹੈਗਾ ਕਿ ਕੁਝ ਗਰੁੱਪ, ਕੁਝ ਪੋਲੀਟੀਕਲ ਪਾਰਟੀਆਂ ਕਾਂਗਰਸ ਦੇ ਨਾਲ ਖੜੀਆਂ ਨੇ, ਕੁਝ ਜਿਹੜੀਆਂ ਹੈਗੀਆਂ ਨੇ ਉਹ ਆਮ ਆਦਮੀ ਪਾਰਟੀ ਵੱਲ ਹੁੰਦੀਆਂ ਜਾ ਰਹੀਆਂ ਨੇ। ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀਗਾ ਵੀ ਜਦੋਂ ਜੰਮੂ ਕਸ਼ਮੀਰ ਵਾਲਾ ਇਸ਼ੂ ਉਮਰ ਅਬਦੁੱਲਾ ਨੇ ਉਠਾਇਆ ਕਿ ਜਦੋਂ ਤੁਸੀਂ 370 ਧਾਰਾ ਤੇ ਵੋਟ ਪਾਈ ਹੈ, ਹੁਣ ਤੁਸੀਂ ਇੱਥੇ ਤਾਂ ਆਪਣੇ ਵਾਲੀ ਬਾਰੇ ਤਾਂ ਤੁਸੀਂ ਸਾਡੇ ਤੋਂ ਸਭ ਤੋਂ ਸਮਰਥਨ ਮੰਗ ਰਹੇ ਹੋ, ਉਦੋਂ ਤਾਂ ਸਾਡੇ ਤੋਂ ਸਮਰਥਨ ਨਹੀਂ ਕੀਤਾ। ਅਸੀਂ ਫਿਰ ਵੀ ਵੱਡੇ ਕਾਜ਼ ਲਈ ਸਭ ਦੇ ਨਾਲ, ਤੁਸੀਂ ਵੀ ਉਹ ਗੱਲਾਂ ਛੋੜੋ ਤੇ ਪਹਿਲਾਂ ਆਪਾਂ ਇਸ ਤੇ ਗੱਲ ਕਰੀਏ। ਹੁਣ ਜਿਹੜਾ ਕੱਲ ਬਿਆਨ ਆਇਆ ਉਹਨਾਂ ਨੇ, ਉਹ ਬਹੁਤ ਹੈਰਾਨੀਜਨਕ ਹੈ, ਉਹ ਹੈਗਾ BRS। ਹੁਣ ਜਿਹੜਾ ਚੰਦਰ ਸ਼ੇਖਰ ਰਾਓ ਸਾਹਿਬ ਦਾ ਜਿਹੜਾ ਬਿਆਨ ਆਇਆ ਹੈਗਾ, ਉਹ ਕਹਿੰਦੇ ਵੀ ਮੈਂ ਤਾਂ ਮੁੱਦਿਆਂ ਤੇ ਸਮਰਥਨ ਦਊਂਗਾ। ਇਹ ਕਿਸ ਤਰ੍ਹਾਂ ਦੀ ਰਾਜਨੀਤੀ ਹੋਗੀ? ਉਸ ਦਿਨ ਉਹਨਾਂ ਦੇ ਵੀ ਉੱਥੇ ਇੱਕ ਗੱਲ ਮਹਿਸੂਸ ਕੀਤੀ ਜਾ ਰਹੀ ਸੀ ਵੀ ਅੱਗੇ ਤਾਂ ਉਹ ਸੈਂਟਰ ਗਵਰਨਮੈਂਟ ਨਾਲ ਲੜਾਈ ਲੜਨ ਦੇ ਸਭ ਤੋਂ ਅੱਗੇ ਦਿਖ ਰਹੇ ਹੈ, ਤੇ ਹੁਣ ਉੱਥੇ ਜਾ ਕੇ ਉੱਥੇ ਗਏ ਨਹੀਂ ਹੈ। ਸੋ ਮੈਂ ਜਿਹੜੀ ਕਹਿ ਰਿਹਾ ਸੀ ਕਿ ਆਪਣੀਆਂ ਰੀਜਨਲ ਲੜਾਈਆਂ ਵੀ ਪੋਲੀਟੀਕਲ ਪਾਰਟੀਆਂ ਦੀਆਂ ਹੈਗੀਆਂ ਨੇ, ਜਿਹੜੀਆਂ ਵਿਰੋਧੀ ਧਿਰਾਂ ਨੂੰ ਇਕੱਠਾ ਹੋਣ ਨਹੀਂ ਦੇ ਰਹੀਆਂ। ਇਸ ਕਰਕੇ ਇਹ ਜਿਹੜੀ ਸਥਿਤੀ ਬਣਦੀ ਜਾ ਰਹੀ ਹੈ, ਇਹ ਸਾਰੀ ਸਥਿਤੀ ਜਿਹੜੀ ਹੈਗੀ ਹੈ ਉਹ ਬੀਜੇਪੀ ਨੂੰ ਬਹੁਤ ਸੂਟ ਕਰ ਰਹੀ ਹੈ, ਕਿਉਂਕਿ ਜੇ ਵਿਪਕਸ਼ ਇਕੱਠਾ ਨਹੀਂ ਹੁੰਦਾ ਤਾਂ ਉਹਦੀ ਗੇਮ ਚੱਲ ਜਾਣੀ ਹੈ। ਉਹ 300 ਸੀਟਾਂ ਤੇ ਮੈਨੂੰ ਲੱਗਦਾ ਫਿਰ ਪਹੁੰਚ ਹੀ ਜਾਣੀ। ਭਾਸਕਰ ਸਾਹਿਬ, ਇਹਨੂੰ ਗੱਲ ਨੂੰ ਥੋੜੀ ਜਿਹੀ ਅੱਗੇ ਵਧਾ ਦਿਓ। ਅਗਰ ਗੱਲ ਕਰੀਏ ਜੂਨ 23 ਦੀ ਉਸ ਮੀਟਿੰਗ ਦੇ ਵਿੱਚ 15 ਦਲਾਂ ਦਾ ਇਕੱਠੇ ਹੋਣਾ, 27 ਵੱਡੇ ਲੀਡਰ ਇੱਕ ਮੰਚ ਤੇ ਇਕੱਠੇ ਹੋਣੇ, ਔਖਾ ਕੰਮ ਸੀਗਾ, ਪਰ ਔਖਾ ਕੰਮ ਸੌਖਾ ਹੋ ਗਿਆ। ਉਹਦੇ ਵਿੱਚ ਜੋ ਕੁਝ ਹੋਇਆ, ਇੰਨੀ ਕੁ ਤਾਂ ਐਕਸਪੈਕਟੇਸ਼ਨ ਬੀਜੇਪੀ ਨੂੰ ਜਾਂ ਉਹ ਦਲ ਜਿਹੜੇ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀਗੀ, ਪਰ ਬਹੁਤਾ ਰੌਲਾ ਨਹੀਂ ਪਿਆ। ਪਰ ਉਸ ਤੋਂ ਬਾਅਦ ਲਗਾਤਾਰ ਦਿਨ ਪ੍ਰਤੀ ਦਿਨ ਕੁਝ ਨਾ ਕੁਝ ਏਦਾਂ ਦਾ ਜ਼ਰੂਰ ਹੁੰਦਾ ਗਿਆ, ਜਿਸ ਛਤਰੀ ਥੱਲੇ ਇਕੱਠੇ ਹੋਏ ਸੀ ਉਸ ਛਤਰੀ ਨੂੰ ਪਾੜਨ ਦੀ ਕੋਸ਼ਿਸ਼ ਹੋ ਰਹੀ ਹੈ। ਹੁਣ ਪਾੜਨ ਦੀ ਕੋਸ਼ਿਸ਼ ਕੌਣ ਕਰ ਰਿਹਾ? ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾ ਰਹੇ ਨੇ, ਕਿਉਂਕਿ ਅਜੇ ਮਾਕਨ ਦਿੱਲੀ ਦੇ ਵੱਡੇ ਲੀਡਰ ਨੇ ਔਰ ਪੂਰਵ ਮੰਤਰੀ ਵੀ ਨੇ। ਉਹਨਾਂ ਨੇ ਐਲੀਗੇਸ਼ਨ ਲਾਇਆ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਜਾਣਬੁੱਝ ਕੇ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਕਾਂਗਰਸ ਨੂੰ ਆਪਣਾ ਸਟੈਂਡ ਕਲੀਅਰ ਕਰਨ ਵਾਸਤੇ ਕਹਿ ਰਹੀ ਹੈ, ਜਿਹਦੇ ਰਾਹੀਂ ਇਹ ਆਪੋਜੀਸ਼ਨ ਇਕੱਠੀ ਨਾ ਹੋ ਪਾਏ। ਔਰ ਇਕੱਠੀ ਨਾ ਹੋ ਪਾਏ, ਇਹ ਸੈਬੋਟੇਜ ਹੈ। ਔਰ ਜਿਸ ਤਰੀਕੇ ਨਾਲ ਇਹ ਕੋਸ਼ਿਸ਼ ਹੋ ਰਹੀ ਹੈ, ਬੀਜੇਪੀ ਦੇ ਇਸ਼ਾਰੇ ਤੇ ਲੱਗਦੀ ਹੈ ਕਿ ਵੀ ਇਸ ਸਾਰੀ ਆਪੋਜੀਸ਼ਨ ਨੂੰ ਇਕੱਠੇ, ਕਿਉਂਕਿ
ਜੇਲ੍ਹ ਜਾਣ ਤੋਂ ਬਚਣਾ ਚਾਹੁੰਦੇ ਨੇ। ਐਕਸਾਈਜ਼ ਘੁਟਾਲੇ ਦੇ ਵਿੱਚ ਉਹਨਾਂ ਨੂੰ ਪਹਿਲੇ ਹੀ CBI ਸਮਨ ਕਰ ਚੁੱਕੀ ਹੈ। ਯਾਨੀ ਇਹ ਗੱਲ ਦੂਜੇ ਪਾਸੇ ਜਾ ਰਹੀ ਹੈ। ਜਿਹੜੀ KT ਰਾਮਾਰਾਓ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ, ਜਿਹੜੇ ਭਾਰਤ ਰਾਸ਼ਟਰ ਸਮਿਤੀ ਦੇ ਜਿਹੜੇ KCR ਦੇ ਖਾਸ ਬੰਦੇ ਨੇ, ਉਹਨਾਂ ਨੇ ਤੇ ਇਹ ਕਿਹਾ ਕਿ ਪਬਲਿਕ ਵੈਲਫੇਅਰ ਸਕੀਮ ਦੇ ਉੱਤੇ ਜਿਹੜੀ ਪਾਰਟੀ ਗੱਲ ਕਰੇਗੀ ਅਸੀਂ ਉਹਨਾਂ ਦਾ ਸਾਥ ਦੇਵਾਂਗੇ, ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਆ। ਕਿਉਂਕਿ ਜਿਹੜੀ ਪਾਰਟੀਆਂ ਪਟਨਾ ਦੇ ਵਿੱਚ ਇਕੱਠੀ ਹੋਈ ਸੀ ਉਹ ਮੋਦੀ ਦੇ ਖਿਲਾਫ ਇੱਕ ਰਾਜਨੀਤੀ ਕਰਨਾ ਚਾਹੁੰਦੀ ਹੈ। ਅਸੀਂ ਮੋਦੀ ਉਹਨਾਂ ਦੇ ਖਿਲਾਫ ਨਹੀਂ ਆ, ਅਸੀਂ ਤੇ ਪਬਲਿਕ ਵੈਲਫੇਅਰ ਸਕੀਮਸ ਜਿਹੜੀ ਵੀ ਪੋਲੀਟੀਕਲ ਪਾਰਟੀ ਜਿਹੜਾ ਵੀ ਗਠਬੰਧਨ ਕਰੇਗਾ ਉਹਦੇ ਨਾਲ ਆ। ਔਰ ਉਹਨਾਂ ਨੇ ਤਕਰੀਬਨ ਇਹ ਫੈਸਲਾ ਆਪਣਾ ਸੁਣਾਤਾ ਕਿ ਅਸੀਂ ਖਾਸ ਕਰਕੇ ਤੇਲੰਗਾਨਾ ਦੇ ਵਿੱਚ ਇਕੱਲੇ ਇਲੈਕਸ਼ਨ ਲੜਾਂਗੇ ਔਰ ਇਸ ਤਰੀਕੇ ਦੇ ਮਹਾਗਠਬੰਧਨ ਦਾ ਹਿੱਸਾ ਨਹੀਂ ਬਣਾਂਗੇ। ਹੁਣ ਇਸ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਕਲਕੱਤਾ ਦੇ ਵਿੱਚ ਵੀ ਗੱਲ ਹੋਈ, ਅਧੀਰ ਰੰਜਨ ਚੌਧਰੀ ਉਹਨਾਂ ਨੇ, ਮਮਤਾ ਬਨਰਜੀ ਉਹਨਾਂ ਦੇ ਖਿਲਾਫ ਖੁੱਲ ਕੇ ਬਿਆਨ ਦਿੱਤੇ। ਇਹ ਗੱਲਾਂ ਹੋਣੀ ਸੀਗੀ। 12 ਜੁਲਾਈ ਦੇ ਕਰੀਬ ਅਗਰ ਇਹ ਮੀਟਿੰਗ ਸ਼ਿਮਲਾ ਦੇ ਵਿੱਚ ਹੋਏਗੀ ਤਦ ਤੱਕ ਜਾਂਦੇ ਜਾਂਦੇ ਇਹ 15 ਪਾਰਟੀਆਂ 17 ਹੁੰਦੀਆਂ 18 ਹੁੰਦੀਆਂ ਜਾਂ 15 ਪਾਰਟੀਆਂ 12 13 11 ਰਹਿ ਜਾਂਦੀ ਹੈ। ਗੱਲ ਇਸ ਉੱਤੇ ਖੜੀ ਹੈ। ਔਰ ਬੀਜੇਪੀ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਬੜਾ ਔਖਾ ਹੈ ਇਹਨਾਂ ਦਾ ਇਕੱਠੇ ਹੋਣਾ। ਉਹਨੂੰ ਰੋਕਣ ਵਾਸਤੇ ਹੀ ਤੁਸੀਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀਗਾ ਕਿ ਪ੍ਰਸਾਰ ਭਾਰਤੀ ਦੀ ਡਿਊਟੀ ਲਾਈ ਗਈ ਹੈ ਕਿ ਵੀ ਐਮਰਜੈਂਸੀ ਦੇ ਟਾਈਮ ਕਿਹੜੀ ਪਾਰਟੀਆਂ ਨੇ ਵਿਰੋਧ ਕੀਤਾ ਸੀ ਕਾਂਗਰਸ ਦਾ, ਉਹਦੀ ਇੱਕ ਡਾਕੂਮੈਂਟਰੀ ਤਿਆਰ ਕੀਤੀ ਜਾਏ ਤੇ ਇਹਨਾਂ ਨੂੰ ਇਕੱਠੇ ਹੋਣ ਤੋਂ ਰੋਕਣ ਵਾਸਤੇ ਬਹੁਤ ਸਾਰੀ ਤਾਕਤਾਂ ਹੁਣ ਕੰਮ ਕਰਨਗੀਆਂ ਔਰ ਇਕੱਠੇ ਹੋਣ ਦੀ ਕੋਸ਼ਿਸ਼ ਹੋਏਗੀ। ਕਾਮਯਾਬ ਹੁੰਦੀ ਹੈ ਕਿ ਨਹੀਂ ਹੁੰਦੀ 2024 ਬਹੁਤ ਜ਼ਿਆਦਾ ਦੂਰ ਨਹੀਂ ਹੈ। 6-7 ਮਹੀਨੇ ਬਾਅਦ ਇਲੈਕਸ਼ਨ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ। 5 ਸੂਬਿਆਂ ਦੇ ਵਿੱਚ ਜਦ ਅਸੈਂਬਲੀ ਚੋਣਾਂ ਹੋਣਗੀਆਂ ਉਸ ਤੋਂ ਬਾਅਦ ਪਿਕਚਰ ਕਲੀਅਰ ਹੋਏਗੀ। ਦੇਖੋ, ਸੁਪਨੇ ਸੱਧਰਾਂ ਇਹ ਮਰ ਜਾਂਦੀਆਂ ਨੇ। ਨਤੀਸ਼ ਕੁਮਾਰ ਦੇ ਸੁਪਨੇ ਦਾ ਤੁਸੀਂ ਹੁਣੇ ਹੀ ਮੈਨੂੰ ਲੱਗਦਾ ਮਿੱਟੀ ਕਰੀ ਜਾਂਦੇ ਹੋ। ਰਾਹੁਲ ਗਾਂਧੀ ਘੋੜੀ ਚੜ੍ਹ ਸਕਣਗੇ ਕਿ ਨਹੀਂ, ਇਹ ਸਾਰੇ ਸਵਾਲ ਤਾਂ ਵੱਡੇ ਹੁੰਦੇ ਜਾਂਦੇ ਆ। ਪਰ ਇੰਦਰਪ੍ਰੀਤ ਜੀ, ਬਾਰਿਸ਼ ਪੈ ਰਹੀ ਆ, ਮੌਸਮ ਖੁਸ਼ਗਵਾਰ ਹੈ। ਮੈਨੂੰ ਨਹੀਂ ਪਤਾ ਵੀ ਇਹ ਕਿਸਾਨਾਂ ਦੇ ਕਿੱਥੇ ਕਿੱਥੇ ਫਾਇਦੇ 'ਚ ਹੈ ਤੇ ਕਿੱਥੇ ਕਿੱਥੇ ਨੁਕਸਾਨ 'ਚ ਹੈ। ਇਹ ਤਾਂ ਹੁਣ ਸਾਡੇ ਸਮਿਆਂ ਦੇ ਵਿੱਚ ਤੁਸੀਂ ਵਾਹਵਾ ਰਿਪੋਰਟ ਕਰਦੇ ਹੋ ਤੇ ਉਧਰ ਚਰਨਜੀਤ ਭੁੱਲਰ, ਕਿਉਂਕਿ ਉਹ ਵੀ ਧੁਰ ਮਾਲਵੇ 'ਚੋਂ ਆਉਂਦੇ ਨੇ, ਸਾਡੇ ਸਮਕਾਲੀ ਨੇ, ਬਹੁਤ ਬਿਹਤਰ ਕਰਦੇ ਆ। ਪੋਲੀਟੀਕਲ ਸਟੋਰੀਜ਼ ਤਾਂ ਕਰਨੀਆਂ ਹੀ ਹੁੰਦੀਆਂ, ਪਰ ਜਦੋਂ ਕਹਿੰਦੇ ਮੂੰਗੀ ਲਾਲ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਟਾਈਟਲ ਪਾਇਆ ਅੱਜ, ਤੇ ਅੱਗੇ ਮੁੜ ਕੇ ਕਾਲਾ ਕਾਲਾ ਕਰਤਾ ਵੀ ਪੰਜਾਬ ਦੇ ਕਿਸਾਨ ਫਸਲ ਮਿੱਟੀ ਦੇ ਭਾਅ ਵੇਚਣ ਲਈ ਮਜਬੂਰ। ਥੱਲੇ ਉਹ ਲਿਖਦੇ ਮੰਡੀਆਂ 'ਚੋਂ ਸਿਰਫ 1.5% ਦੀ ਫਸਲ ਸਰਕਾਰ ਨੇ ਖਰੀਦੀ, 83% ਦੀ ਫਸਲ ਸਰਕਾਰੀ ਭਾਅ ਤੋਂ ਹੇਠਾਂ ਵਿਕੀ। ਮੂੰਗੀ ਦੀ ਖਰੀਦ ਲਈ 42 ਮੰਡੀਆਂ ਨੋਟੀਫਾਈ। ਇਹ ਉਹਨਾਂ ਨੇ ਪੱਖ ਲਾਇਆ। ਮੇਰੇ ਖਿਆਲ ਗਰੀਸ਼ ਦਿਆਲਨ ਹੋਣਗੇ, ਉਹਨਾਂ ਦਾ ਹੈ। ਇਹ ਹੈਗੇ ਆ ਮੈਨੇਜਿੰਗ ਡਾਇਰੈਕਟਰ ਮਾਰਕਫੈਡ, ਹੈ ਨਾ। ਸੋ ਹੁਣ ਮੈਨੂੰ ਇਹ ਦੱਸੋ ਵੀ ਇਹ ਜਿਹੜੀ ਮੂੰਗੀ ਜਿਹਦੇ ਤੇ ਪੂਰੀ ਪੋਲਿਟਿਕਸ ਭਖੀ ਹੋਈ ਸੀ, ਤੇ ਇਹ ਮਿੱਟੀ ਦੇ ਭਾਅ ਕਿਉਂ ਵੇਚਣ ਲਈ ਮਜਬੂਰ ਨੇ ਕਿਸਾਨ? ਕਿੱਥੇ ਚਲੀ ਗਈਆਂ ਉਹ ਨੋਡਲ ਏਜੰਸੀਆਂ ਜਿਨ੍ਹਾਂ ਨੂੰ ਕਿਹਾ ਗਿਆ ਸੀ ਵੀ ਖਰੀਦੋ, ਪੂਰਾ ਮੁੱਲ ਦੇਵਾਂਗੇ? ਜੇ ਤੁਹਾਨੂੰ ਯਾਦ ਹੋਣਾ, ਅਨਮੋਲ ਗਗਨਮਾਨ ਕੇ ਗਗਨ ਅਨਮੋਲ ਮਾਨ, ਮੈਨੂੰ ਨਾਂ ਪੂਰਾ ਯਾਦ ਨਹੀਂ ਉਹਨਾਂ ਦਾ ਰਹਿੰਦਾ, ਨੌਜਵਾਨ ਮੰਤਰੀ ਨੇ, ਉਹ ਵੈਸੇ ਇੱਕ MLA ਨੂੰ ਪਛਾਣ ਵੀ ਨਹੀਂ ਸਕੇ। ਉਹ ਖਬਰ ਬੜੀ ਹਾਸੇ ਠੱਟੇ 'ਚ ਲਈ ਜਾਂਦੀ ਹੈ ਵੀ ਅੱਜ ਕੱਲ ਤਾਂ ਮੰਤਰੀ ਵੀ ਆਪਣੇ MLAs ਨੂੰ ਨਹੀਂ ਪਛਾਣਦੇ। ਉਹਨਾਂ ਦੇ ਨਾਲ ਖਲੋਤੇ ਸੀ ਉਹਨਾਂ ਦੇ MLA ਫਿਰੋਜ਼ਪੁਰ ਦੇ ਵਿੱਚ, ਤੇ ਉਹ ਪੁੱਛਦੇ ਸੀ ਲਿਆਓ MLA ਸਾਹਿਬ ਨੂੰ ਅੱਗੇ, ਉਹਨਾਂ ਨੂੰ ਵੀ ਤਾਂ ਲਿਆਓ ਜਿਨ੍ਹਾਂ ਦੇ ਹਲਕੇ 'ਚ ਮੈਂ ਆਈ ਆ। ਉਹ ਕਹਿੰਦੇ ਮੈਂ ਹੀ ਆ ਜੀ। ਸੋ ਇਹ ਗੱਲਾਂ ਅਲੱਗ ਆ। ਪਰ ਮੈਂ ਗੱਲ ਕਰਨ ਲੱਗਿਆ ਸੀ, ਉਹ ਕਹਿੰਦੇ ਸੀ ਅਸੀਂ ਦਿਆਂਗੇ MSP, ਸਾਨੂੰ ਕੇਂਦਰ ਵੱਲ ਨਹੀਂ ਵੇਖਣਾ, ਸਾਡੀ ਸਰਕਾਰ ਆਉਣ ਦਿਓ, MSP ਅਸੀਂ ਦਿਆਂਗੇ। ਤੇ ਸਰਕਾਰ ਨੇ ਬਾਅਦ 'ਚ ਕਿਹਾ ਸੀ ਕਿ ਹਾਂ, ਜਿੱਥੇ ਕੇਂਦਰ ਕਮੀ ਰੱਖੂਗਾ ਪੂਰੀ ਅਸੀਂ ਕਰਾਂਗੇ। ਇਹ ਮੂੰਗੀ ਕਿਉਂ ਫਿਰ ਮਿੱਟੀ ਦੇ ਭਾਅ ਚਲੇਗੀ? ਦੇਖੋ ਰੰਧਾਵਾ ਸਾਹਿਬ, ਬਹੁਤ ਹੀ ਤਰਾਸਦੀ ਵਾਲੀ ਗੱਲ ਹੈਗੀ ਆ ਇਹ ਕਿ ਹਰ ਵਾਰ ਅਸੀਂ ਬਹੁਤ ਵੱਡੇ ਜਿਹੜੇ ਕਲੇਮਸ ਕਰਦੇ ਹਾਂ ਤੇ ਉਹ ਜਦੋਂ ਪੂਰੇ ਨਹੀਂ ਉਤਰਦੇ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਕਿਸਾਨ ਸਿਰਫ ਔਰ ਸਿਰਫ ਵਿਸ਼ਵਾਸ ਤੇ ਕੰਮ ਕਰਦਾ ਸਰਕਾਰਾਂ ਦੇ ਉੱਤੇ। ਜੇ ਉਹਦਾ ਵਿਸ਼ਵਾਸ ਸਰਕਾਰ ਤੇ ਬਣ ਗਿਆ ਤਾਂ ਸਰਕਾਰ ਇੱਕ ਲਾਈਨ ਬੋਲਦੇ, CM ਇੱਕ ਲਾਈਨ ਬੋਲਦੇ, ਕਿਸਾਨ ਮਤਲਬ 20 ਲਾਈਨ ਬਣ ਕੇ ਉਧਰ ਤੁਰ ਪੈਂਦੇ ਆ। ਪਰ ਜੇ ਉਹ ਵਿਸ਼ਵਾਸ ਨਹੀਂ ਹੈਗਾ ਤਾਂ ਫਿਰ ਸਰਕਾਰਾਂ ਜੋ ਮਰਜ਼ੀ ਕਹਿਣ, ਜਿੰਨੇ ਮਰਜ਼ੀ ਮਤਲਬ ਕਹਿ ਦੇਣ ਵੀ ਅਸੀਂ ਤੁਹਾਨੂੰ ਖਰੀਦ ਕਰਾਂਗੇ, ਚਾਹੇ ਉਹ ਸਬਸਿਡੀ ਦੇ ਬੀਜ ਦੇਵਾਂਗੇ, ਚਾਹੇ 1500 ਰੁਪਏ ਪਰ ਏਕੜ ਦੇਵਾਂਗੇ, ਜਿੰਨੇ ਮਰਜ਼ੀ ਫਿਰ ਇਸ ਤਰ੍ਹਾਂ ਦੇ ਕਲੇਮਸ ਕਰਨ, ਕਿਸਾਨਾਂ ਦਾ ਕੋਈ ਵਿਸ਼ਵਾਸ ਨਹੀਂ ਹੁੰਦਾ। ਆਹ ਮੌਕਾ ਸੀ, ਦੇਖੋ ਪਿਛਲੀ ਵਾਰ 52,000 ਹੈਕਟੇਅਰ ਦੇ ਵਿੱਚ ਜਿਹੜੀ ਹੈਗੀ ਆ ਮੂੰਗੀ ਲੱਗੀ। ਐਤਕੀ ਤਾਂ ਰਕਬਾ ਹੀ ਸਾਰਾ 20,000 ਰਹਿ ਗਿਆ, 32,000 ਤਾਂ ਰਕਬਾ ਹੀ ਘਟ ਗਿਆ। ਉਹ ਵੀ ਅਸੀਂ 20,000 ਜਿਹੜਾ ਹੈਗਾ ਉਹ ਖਰੀਦ ਨਹੀਂ ਪਾ ਰਹੇ। ਇਸ ਤੋਂ ਪਹਿਲਾਂ ਜਦੋਂ ਅਸੀਂ ਬਿਜਾਈ ਕਰਾਈ ਸੀ ਜੀ,
ਸਟੇਟ ਗਵਰਨਮੈਂਟ ਨੇ ਗਵਰਨਮੈਂਟ ਆਫ ਇੰਡੀਆ ਨਾਲ ਇੱਕ ਮਤਲਬ ਖਤੋ ਕਿਤਾਬਤ ਕਰਕੇ ਇਹ ਤੈਅ ਕਰ ਲਿਆ ਸੀ ਵੀ 25 ਤੋਂ 40% ਜਿਹੜੀ ਮੂੰਗੀ ਹੈਗੀ ਹੈ ਉਹ MSP ਤੇ ਗਵਰਨਮੈਂਟ ਆਫ ਇੰਡੀਆ ਦੀ ਨੈਫੈਡ ਏਜੰਸੀ ਖਰੀਦੇਗੀ, ਤੁਸੀਂ ਸਾਨੂੰ ਉਪਲਬਧ ਕਰਾਓ। ਉਹਦੇ ਲਈ ਮਾਰਕਫੈਡ ਨੂੰ ਡਿਊਟੀ ਵੀ ਲਗਾਤੀ। ਬਾਕੀ ਕਿਹਾ ਗਿਆ ਕਿ ਤੁਸੀਂ ਆਪਣੇ ਲੈਵਲ ਤੇ ਖਰੀਦ ਕਰ ਲਓ। ਸਰਕਾਰ ਨੇ ਇਹ ਕਿਹਾ ਵੀ ਅਸੀਂ ਮਾਰਕਫੈਡ ਨੂੰ ਨੋਡਲ ਏਜੰਸੀ ਬਣਾਤਾ ਹੈ, ਸਾਰੀ ਦੀ ਸਾਰੀ ਖਰੀਦ ਉਹ ਕਰੇਗੀ। ਫਿਰ ਵੀ ਇਸ ਤੋਂ ਬਾਵਜੂਦ ਜਿਹੜੀ ਮੂੰਗੀ ਦੀ ਜਿਹੜੀ ਫਸਲ ਹੈ ਉਹ 83% ਫਸਲ ਹੁਣ ਤੱਕ ਜਿੰਨੀ ਆਈ ਹੈ ਉਹਦਾ 83% ਹਿੱਸਾ ਫਿਰ ਆਲਮੋਸਟ ਮੈਨੂੰ ਲੱਗਦਾ ਆਈ ਚੁੱਕੀ ਹੈ, ਕਿਉਂਕਿ ਹੁਣ ਤਾਂ ਪੈਡੀ ਪੂਰੀ ਸਵਿੰਗ ਤੇ ਹੈ ਜਿਹੜੀ ਸੋ ਹੋ ਰਹੀ ਹੈ। ਤੇ ਇਸ ਮੌਕੇ ਤੇ ਵੀ ਜੇ 83% ਮੂੰਗੀ ਬਿਲੋ MSP ਵਿਕ ਰਹੀ ਹੈ ਤਾਂ ਮੈਨੂੰ ਤੁਸੀਂ ਦੱਸੋ ਵੀ ਕੀ ਕੋਈ ਅਗਲੀਆਂ ਫਸਲਾਂ ਇਹ ਜਿਹੀਆਂ ਹੈਗੀਆਂ ਨੇ ਜਿਸ ਤੇ ਤੁਸੀਂ ਕਿਸਾਨਾਂ ਦਾ ਵਿਸ਼ਵਾਸ ਬਣਾ ਸਕੋਗੇ? ਜਦੋਂ ਅਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਕਿਸਾਨ ਆਪਣੀ ਉਹ ਫਸਲ ਜਿਹੜੀ ਕਮਿਟਮੈਂਟ ਹੈ ਪੂਰੀ ਗਵਰਨਮੈਂਟ ਆਫ ਇੰਡੀਆ ਦੇ ਵੀ ਇੱਕ ਦਾਣਾ ਖਰੀਦਿਆ ਜਾਊਗਾ, ਚੰਗਾ ਭਾਅ MSP ਤੇ ਹੀ ਖਰੀਦਿਆ ਜਾਊਗਾ, ਉਹ ਛੱਡ ਕੇ ਕਿਸੇ ਹੋਰ ਫਸਲ ਵੱਲ ਕਿਉਂ ਜਾਏਗਾ? ਸੋ ਮੈਨੂੰ ਇਹ ਲੱਗ ਰਿਹਾ ਵੀ ਜਿਹੜਾ ਇਸ ਵਾਰੀ ਸਰਕਾਰ ਫੇਲ ਹੋਈ ਹੈ, ਇਹ ਬਹੁਤ ਦੂਰਗਾਮੀ ਪਰਿਣਾਮ ਹੋਣਗੇ ਇਹਦੇ। ਤਾਂ ਮੈਨੂੰ ਨਹੀਂ ਲੱਗ ਰਿਹਾ ਕਿ ਅਸੀਂ ਕੋਈ ਡਾਈਵਰਸੀਫਿਕੇਸ਼ਨ ਅਗਲੇ ਜਿਹੜੇ ਸਾਲ ਹੋਣਗੇ ਉਹਨਾਂ ਦੇ ਵਿੱਚ ਕੋਈ ਸ਼ਿੱਦਤ ਨਾਲ ਕਰ ਪਾਵਾਂਗੇ। ਭਾਸਕਰ ਸਾਹਿਬ, ਅਗਲੀ ਖਬਰ ਵੀ ਹੁਣ ਕਾਹਲੀ 'ਚ ਸਾਡੇ ਕੋਲ 2-3 ਮਿੰਟ ਬਚੇ ਆ। ਜਿਹੜੀ ਖਬਰ ਦਿੱਲੀ ਤੋਂ ਲੱਗਦੀ ਹੈ, ਜਿਆ ਹੱਕ ਦੀ ਖਬਰ ਹੈ ਔਰ HT ਨੇ ਲਾਈ ਹੈ, ਇਹਦੇ ਵਿੱਚ ਇਹ ਪੈਨਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਦੀ ਪਾਲਿਸੀ ਦਾ ਜ਼ਿਕਰ ਕਰ ਰਿਹਾ, ਨਵੀਂ ਪੈਨਸ਼ਨ ਨੂੰ ਲੈ ਕੇ, ਜਿਹਦੇ ਵਿੱਚ ਕੁਝ ਸੋਧਾਂ ਦਾ ਜ਼ਿਕਰ ਜਾਂ ਬਾਕੀ ਚੀਜ਼ਾਂ ਦਾ। ਇਹ ਸਰ ਜਰਾ ਚੈੱਕ ਕਰੋ ਇਹ ਸਾਰੇ ਮਾਮਲੇ ਨੂੰ ਕਿ ਦਰਅਸਲ ਹੈ ਕਿ 올ਡ ਪੈਨਸ਼ਨ ਸਕੀਮ ਇੱਕ ਗਰਮ ਮੁੱਦਾ ਹੈ ਔਰ ਇਹ ਗਲੇ ਦਾ ਫੰਦਾ ਬਣਿਆ ਹੋਇਆ ਸਿਆਸਤ ਵਿੱਚ ਕੇਂਦਰੀ ਸੱਤਾ ਨੂੰ ਵੀ। ਬਹੁਤ ਸਾਰੀਆਂ ਸਟੇਟਾਂ ਇਹਦੇ ਤੋਂ ਡਰਨ ਲੱਗੀਆਂ ਨੇ ਕਿ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਜੇ ਕੋਈ ਸਾਡੇ ਤੋਂ ਪਹਿਲਾਂ ਦੂਜੀ ਪਾਰਟੀ ਪਹਿਲ ਕਰ ਗਈ ਉਹਨੂੰ ਫਾਇਦਾ ਨਾ ਹੋ ਜੇ। 2-3 ਇਲੈਕਸ਼ਨਾਂ ਇਸ ਤਰ੍ਹਾਂ ਦੀਆਂ ਲੰਘੀਆਂ ਜਿਨ੍ਹਾਂ ਦੇ ਵਿੱਚ ਇਹ ਮਾਮਲਾ ਅਸਰਅੰਦਾਜ਼ ਹੋਇਆ। EMPLOYE ਤੇ ਪੈਨਸ਼ਨਰ ਪਰਿਵਾਰਾਂ ਦੇ ਵਿੱਚ ਬੜਾ ਵੱਡਾ ਅਸਰ ਰੱਖਦੇ ਆ ਔਰ ਇਹ ਮਾਮਲੇ ਉਹਨਾਂ ਨਾਲ ਜੁੜੇ ਆ। ਸੋ ਇਹਦੇ ਉੱਤੇ ਥੋੜੀ ਜਿਹੀ ਗੱਲ ਤੁਸੀਂ ਕਰੋ, ਬਾਕੀ ਰਹਿੰਦੀ ਇੰਦਰਪ੍ਰੀਤ ਜੀ ਤੋਂ ਲੈ ਕੇ ਫਿਰ ਵਿਰਾਮ ਦਿੰਦੇ ਆ ਇਸ ਡਿਬੇਟ ਨੂੰ। 올ਡ ਪੈਨਸ਼ਨ ਸਕੀਮ 2004 ਦੇ ਵਿੱਚ ਇਹ ਖਤਮ ਕਰ ਦਿੱਤੀ ਗਈ ਸੀ ਕੇਂਦਰ ਸਰਕਾਰ ਨੇ, ਕਿਉਂਕਿ ਪੈਨਸ਼ਨ ਜਿਸ ਤਰੀਕੇ ਨਾਲ ਇੱਕ ਵੱਡਾ ਫੰਡ ਕੇਂਦਰ ਸਰਕਾਰ ਦੇ ਉੱਤੇ ਬਹੁਤ ਸੀਗਾ, ਉਹਨੂੰ ਘੱਟ ਕਰਨ ਵਾਸਤੇ ਇਹ ਫੈਸਲਾ ਲਿਆ ਗਿਆ ਸੀ। ਤਦ ਤੋਂ ਲੈ ਕੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਵੱਖ-ਵੱਖ ਸੂਬਿਆਂ ਦੇ ਵਿੱਚ ਰਾਜਨੀਤੀ ਹੋ ਰਹੀ ਹੈ। ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਜਾਬ ਔਰ ਝਾਰਖੰਡ, ਇਹਨਾਂ 5 ਸੂਬਿਆਂ ਦੇ ਵਿੱਚ 올ਡ ਪੈਨਸ਼ਨ ਸਕੀਮ ਨੂੰ ਰਿਵਾਈਵ ਕਰਨ ਦੀ ਗੱਲਾਂ ਚੱਲੀਆਂ ਔਰ ਜਿਨ੍ਹਾਂ ਨੂੰ ਰਿਵਾਈਵ ਕਰਨ ਦੀ ਗੱਲਾਂ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਜਪਾ ਨੇ ਆਪਣੀ ਸਰਕਾਰ ਗਵਾ ਲਈ ਔਰ ਇਹ ਭਾਜਪਾ ਦੀ ਆਂਤਰਿਕ ਯਾਨੀ ਇੰਟਰਨਲ ਡਿਸਕਸ਼ਨ ਔਰ ਡਿਬੇਟ ਜਾਂ ਇੰਟਰੋਸਪੈਕਸ਼ਨ ਦੇ ਵਿੱਚ ਸਾਹਮਣੇ ਆਈ ਗੱਲ ਕਿ 올ਡ ਪੈਨਸ਼ਨ ਸਕੀਮ ਕਰਕੇ ਅਸੀਂ ਹਿਮਾਚਲ ਆ ਗਏ। ਅੱਗੇ ਚੱਲ ਕੇ 5 ਸੂਬਿਆਂ ਦੇ ਵਿੱਚ ਇਲੈਕਸ਼ਨ ਆ ਰਹੇ ਨੇ, ਉੱਥੇ ਵੀ 올ਡ ਪੈਨਸ਼ਨ ਸਕੀਮ ਇੱਕ ਭਾਰੂ ਮੁੱਦਾ ਹੋ ਸਕਦਾ ਹੈ। ਇਸ ਮੁੱਦੇ ਨੂੰ ਨਿਪਟਣ ਵਾਸਤੇ ਕੇਂਦਰ ਸਰਕਾਰ ਨੇ ਵੀ ਇੱਕ ਸਮਿਤੀ ਬਣਾਤੀ ਕਿ ਵੀ ਤੁਸੀਂ ਸੁਜੈਸ਼ਨ ਦਿਓ ਕਿਸ ਤਰੀਕੇ ਨਾਲ ਅਸੀਂ 올ਡ ਪੈਨਸ਼ਨ ਸਕੀਮ ਨੂੰ ਰਿਵਾਈਵ ਕਰ ਸਕਦੇ ਹਾਂ। ਵੱਖ-ਵੱਖ ਸੁਜੈਸ਼ਨ ਆਏ। 3 ਦਿਨ ਪਹਿਲੇ 45% ਦੀ ਗੱਲਾਂ ਚੱਲੀਆਂ ਕਿ ਲਾਸਟ ਸੈਲਰੀ ਡਰਾਉਣ ਦਾ ਜਿਹੜੀ ਕੋਈ EMPLOYE ਲੈਂਦਾ ਉਹਦਾ 45% ਤੱਕ ਅਸੀਂ ਦੇ ਸਕਦੇ ਹਾਂ। 3 ਦਿਨਾਂ ਦੇ ਵਿੱਚ ਉਹ 45% ਤੋਂ ਅੱਜ 40% ਦੀ ਗੱਲਾਂ ਹੋਣ ਲੱਗੀਆਂ, ਕਿਉਂਕਿ ਜਿਹੜੀ ਹਜੇ ਕੰਟਰੀਬਿਊਸ਼ਨ 10% EMPLOYE ਦਾ ਤੇ 14% ਸਰਕਾਰ ਦਾ ਹੁੰਦਾ ਹੈ, ਉਹ ਇੱਕ ਤਰੀਕੇ ਨਾਲ ਸ਼ੇਅਰ ਮਾਰਕੀਟ ਜਾਂ ਹੋਰ ਇਸ ਤਰ੍ਹਾਂ ਦੇ ਸੰਸਥਾਵਾਂ ਦੇ ਵਿੱਚ ਇਹ ਪੈਸਾ ਲਾਇਆ ਜਾਂਦਾ ਹੈ ਜਿਹਦੇ ਪ੍ਰੋਫਿਟ ਦੇ ਬੇਸ ਦੇ ਉੱਤੇ ਇਹ ਪੈਨਸ਼ਨ ਡਿਸਾਈਡ ਹੁੰਦੀ ਹੈ। ਹੁਣ ਗੱਲਾਂ ਅੱਗੇ ਤੇ ਤੁਰ ਰਹੀ ਹੈ ਔਰ ਲੱਗਦਾ ਹੈ ਕਿ ਆਉਣ ਵਾਲੇ 4-5 ਮਹੀਨੇ ਤੋਂ ਪਹਿਲੇ ਇਸ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਕੋਈ ਫੈਸਲਾ ਲੈ ਸਕਦੀ ਹੈ। ਇਹ 40%, 45% ਮੰਗ 50% ਦੀ ਸੀਗੀ, ਹੁਣ 50% ਤੱਕ ਲੈ ਕੇ ਜਾ ਕੇ ਕਿਸ ਤਰੀਕੇ ਨਾਲ ਇਸ ਮੁੱਦੇ ਨੂੰ ਆਪਣੇ ਪੱਖ 'ਚ ਕੇਂਦਰ ਸਰਕਾਰ ਲੈ ਕੇ ਜਾਂਦੀ ਹੈ, ਇਹ ਦੇਖਣ ਵਾਲੀ ਗੱਲ ਹੈਗੀ ਹੈ। ਔਰ ਬਾਕੀ ਆਪੋਜੀਸ਼ਨ ਪਾਰਟੀਆਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਨ ਤੋਂ ਕਿੱਦਾਂ ਰੋਕਿਆ ਜਾ ਸਕਦਾ ਹੈ, ਇਹਦੇ ਉੱਤੇ ਕੇਂਦਰ ਸਰਕਾਰ ਦਾ ਪੂਰਾ ਧਿਆਨ ਹੈ ਔਰ ਇਸ ਸਾਰੇ ਧਿਆਨ ਦੇ ਵਿੱਚ ਕੁਝ EMPLOYEES ਨੂੰ ਬੈਨੀਫਿਟ ਮਿਲਣ ਦੇ ਚਾਂਸਸ ਹੈਗੇ ਨੇ। ਇੰਦਰਪ੍ਰੀਤ ਜੀ, ਇਹ 'ਚ ਕੋਈ ਗੱਲ ਜੋੜੋ ਫਿਰ ਗੱਲ ਖਤਮ ਕਰੀਏ। ਰੰਧਾਵਾ ਸਾਹਿਬ, ਇਕੱਲੀ ਦੇਖੋ ਪੈਨਸ਼ਨ ਸਕੀਮ ਵਾਲਾ ਜਿਹੜਾ ਇਸ਼ੂ ਹੈਗਾ ਇਹ ਇਕੱਲਾ ਸਿਰਫ ਸਰਕਾਰੀ ਜਿਹੜੇ EMPLOYEES ਹੈ ਉਹਨਾਂ ਦਾ ਨਹੀਂ ਹੈਗਾ। ਈਵਨ ਨਾਲ ਦੀ ਨਾਲ ਜਿਹੜੇ ਪ੍ਰਾਈਵੇਟ ਕਰਮਚਾਰੀ ਹੈਗੇ ਨੇ ਸਾਡੇ, ਜਿਹੜੇ ਹੋਰ ਆਰਗੇਨਾਈਜੇਸ਼ਨਸ ਵੱਡਾ ਕੰਮ ਮਤਲਬ ਵੱਡਾ ਤਬਕਾ ਹੈ, ਉਹਦੇ ਵਿੱਚ ਵੀ ਇਹ ਗੱਲ ਜਿਹੜੀ ਪੈਨਸ਼ਨ ਵਧਾਉਣ ਦਾ ਹੈਗਾ, ਉਹ ਹਜੇ ਸਾਨੂੰ ਮਿਨੀਮਮ ਪੈਨਸ਼ਨ
ਮਿਲਦੀ ਹੈ, ਸਾਨੂੰ ਕੁਝ ਹੀ ਸਿਰਫ 3% ਜਿਹੜੀ ਸਾਡੀ ਕੰਟਰੀਬਿਊਸ਼ਨ ਦਾ ਹੈਗਾ ਪੈਨਸ਼ਨ ਫੰਡ 'ਚ ਜਾਂਦਾ ਹੈ, ਜੀ ਉਹਨੂੰ ਵੀ ਜਿਹੜਾ ਹੈਗਾ ਵਧਾ ਕੇ ਹੁਣ ਮੈਕਸਿਮਮ ਕਰਨ ਵਾਲੇ ਪਾਸੇ ਤੁਰੀ ਹੋਈ ਹੈ ਗਵਰਨਮੈਂਟ ਆਫ ਇੰਡੀਆ। ਕਈ ਸਾਲ ਹੋ ਗਏ ਆ ਯੂਨੀਅਨਾਂ ਨੂੰ ਲੜਦੇ ਹੋਏ, ਤੇ ਮੈਨੂੰ ਲੱਗਦਾ ਕਿ ਕਾਫੀ ਅੱਗੇ ਨਿਕਲ ਆਈ ਹੈ। ਔਰ 2024 ਤੋਂ ਪਹਿਲਾਂ ਮੈਨੂੰ ਲੱਗਦਾ ਕਿ ਇਹ 2024 ਜਦੋਂ ਗਵਰਨਮੈਂਟ ਆਫ ਇੰਡੀਆ ਨੇ ਭਾਜਪਾ ਨੇ ਇਲੈਕਸ਼ਨ ਦੇ ਵਿੱਚ ਜਾਣਾ ਹੈ, ਤਾਂ ਉਹ ਇੱਕ ਇਹ ਜੀ ਵੱਡੀ ਸਕੀਮ ਨਾਲ ਮਾਰਕੀਟ ਦੇ ਵਿੱਚ ਆਣਗੇ ਤਾਂ ਕਿ ਹੁਣ ਤੱਕ ਜਿਹੜਾ ਦੂਜੀਆਂ ਪਾਰਟੀਆਂ ਨੂੰ ਫਾਇਦਾ ਹੋ ਰਿਹਾ ਹੈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਕਰਕੇ, ਜਿਵੇਂ ਇੱਥੇ ਹਿਮਾਚਲ 'ਚ ਤੁਸੀਂ ਦੇਖੋ ਬਹੁਤ ਵੱਡਾ ਫਾਇਦਾ ਹੋਇਆ, ਛੱਤੀਸਗੜ੍ਹ 'ਚ ਬਹੁਤ ਵੱਡਾ ਫਾਇਦਾ ਹੋਇਆ, ਰਾਜਸਥਾਨ 'ਚ ਬਹੁਤ ਵੱਡਾ ਫਾਇਦਾ ਹੋਇਆ। ਸੋ ਮੈਨੂੰ ਲੱਗਦਾ ਕਿ ਉਸੇ ਫਾਇਦੇ ਨੂੰ ਹੋਰ ਵੀ ਸਟੇਟਾਂ 'ਚ ਉਹ ਚੀਜ਼ਾਂ ਭੁਨਾਣਗੇ ਇਹ। ਇਸੇ ਕਰਕੇ ਹੀ ਪੰਜਾਬ ਸਰਕਾਰ ਜਿਹੜੀ ਹੈਗੀ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹਨੇ ਵੀ ਇਹ ਕਿਹਾ, ਹਾਲਾਂਕਿ ਹਜੇ ਉਹਨੇ ਆਪਣੇ ਕਰਮਚਾਰੀਆਂ ਦਾ ਅੰਸ਼ਦਾਨ ਬੰਦ ਨਹੀਂ ਕੀਤਾ ਹੈਗਾ, ਹਜੇ ਉਹ NPS 'ਚ ਜਮ੍ਹਾਂ ਕਰਵਾ ਰਹੇ ਨੇ, ਪਰ ਮੈਨੂੰ ਲੱਗਦਾ ਕਿ ਇਸ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਵੀ ਬਹੁਤ ਜਲਦੀ ਕੋਈ ਫੈਸਲਾ ਲਏਗੀ ਜਿਹਦਾ ਫਾਇਦਾ ਦੂਜੇ ਸਾਰਿਆਂ ਨੂੰ ਹੋਊਗਾ। ਇਹਦੀ ਇੱਕ ਨਾ ਰੰਧਾਵਾ ਸਾਹਿਬ ਐਕਚੁਅਲੀ ਲੋੜ ਵੀ ਹੈਗੀ ਹੈ ਜੀ। ਤੁਸੀਂ ਦੇਖੋ ਕੋਈ ਵੀ EMPLOYE ਜਿਹੜਾ ਪ੍ਰਾਈਵੇਟ ਤੌਰ ਤੇ ਰਿਟਾਇਰ ਹੁੰਦਾ, ਚਾਹੇ ਹੁਣ ਸਰਕਾਰੀ ਤੌਰ ਤੇ ਰਿਟਾਇਰ ਹੁੰਦਾ, ਉਹਦੀ ਪੈਨਸ਼ਨ ਮਸਾਂ ਹੀ 3-4 ਹਜ਼ਾਰ ਰੁਪਇਆ 5,000 ਰੁਪਏ ਤੋਂ ਜ਼ਿਆਦਾ ਨਹੀਂ ਬਣਦੀ। ਤੇ ਤੁਸੀਂ ਲਗਾਓ ਹਿਸਾਬ ਕਿ ਅੱਜ 5,000 ਰੁਪਏ ਦੇ ਹਿਸਾਬ ਨਾਲ ਕੋਈ ਵੀ ਬੰਦਾ ਮਤਲਬ ਆਪਣੀ ਦਿਨਚਰਿਆ ਨਹੀਂ ਕਰ ਸਕਦਾ, ਗੁਜ਼ਾਰ ਸਕਦਾ। ਤਾਂ ਮੈਨੂੰ ਲੱਗਦਾ ਕਿ ਇੱਕ ਹੈਂਡਸਮ ਅਮਾਊਂਟ ਤਾਂ ਇੰਨੀ ਕੁ ਬਜ਼ੁਰਗਾਂ ਕੋਲੇ ਹੋਣੀ ਚਾਹੀਦੀ ਹੈ, ਜਿਹੜੇ ਜ਼ਿੰਦਗੀ ਦਾ ਸਾਰਾ ਟਾਈਮ ਲਗਾਉਂਦੇ ਆ ਆਪਣਾ ਨੌਕਰੀ ਦੇ ਉੱਤੇ, ਤੇ ਉਹਨਾਂ ਦਾ ਜਿਹੜਾ ਲਾਸਟ ਵਾਲਾ ਪੀਰੀਅਡ ਹੈਗਾ ਉਹ ਰੁਲੇ ਨਾ। ਉਸ ਗੱਲ ਲਈ ਉਹਨਾਂ ਕੋਲੇ ਇੱਕ ਅਮਾਊਂਟ ਤਾਂ ਘੱਟੋ ਘੱਟ ਇਹ ਜੀ ਹੋਣੀ ਚਾਹੀਦੀ ਹੈ ਵੀ ਉਹਨਾਂ ਦਾ ਗੁਜ਼ਾਰਾ ਅੱਛਾ ਹੋ ਸਕੇ। ਬਜ਼ੁਰਗਾਂ ਦੀ ਗੱਲ ਕਰਦੇ ਹੋ, ਹੁਣ ਅਸੀਂ ਵੀ ਇਸੇ ਲਾਈਨ 'ਚ ਆ ਸਾਰੇ। ਆਪਣੇ ਆਪ ਦੀ ਗੱਲ ਕਰੀਏ ਵੀ ਸਾਡਾ ਗੁਜ਼ਾਰਾ ਕਿੱਦਾਂ ਹੋਇਆ ਕਰੂਗਾ। ਸਰਕਾਰਾਂ ਨੂੰ ਸਾਡੇ ਵੱਲ ਧਿਆਨ ਦੇਣ ਦੀ ਵੀ ਲੋੜ ਹੈ। ਸਰਕਾਰ ਤਾਂ ਸਰਕਾਰ ਹੁੰਦੀ ਹੈ, ਇਹ ਤਾਂ ਮੌਜ ਹੁੰਦੀ ਹੈ ਉਹਨਾਂ ਦੀ। ਉਹ ਮੌਜ ਦੇ ਵਿੱਚ ਜੇ ਕੋਈ ਫੈਸਲੇ ਲੈ ਜਾਣ ਤੇ ਲੈ ਜਾਣ। ਵੇਖਣ ਵਾਲੀ ਗੱਲ ਆ ਕਿ ਕਿਸ ਵਰਗ ਦੀ ਕਿੰਨੀ ਵੋਟ ਆ, ਫੈਸਲੇ ਉੱਥੇ ਲਏ ਜਾਂਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।